ਵਾਹਿਗੁਰੂ 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 ਵਾਹਿਗੁਰੂ। ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਜ ਗੁਰ ਨਾਨਕ ਪਗ ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰਉ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵਾ ਗੁਰ ਹਿਰਦੈ ਧਿਆਵਾ। ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ ਗੁਰ ਅਰਜੁਨ ਬਿਘਨ ਕੇ ਨਾਸ਼ਕ ਬਿਘਨ ਕੇ ਨਾਸ਼ਕ। ਹਰ ਗੋਬਿੰਦ ਸ਼ਬ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਨਾਮ ਬਹੋਰੀ। ਤੇਗ ਬਹਾਦੁਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਾਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦਾ ਬਾਰ ਬਾਰ ਜਗਦੀਸਾ। ਯਮ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦਾਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਹੋਈ। ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ। ਸ੍ਰੀ ਵਾਹਿਗੁਰੂ ਜੀ। ਕਹਿਤ ਭਏ ਸਤਿਗੁਰ ਧੰਨ ਧੰਨ ਕੀਨੋ ਹਮਰਾ ਸਫਲ ਜਨਮ। ਕਹਿਤ ਭਏ ਸਤਿਗੁਰ ਧੰਨ ਧੰਨ ਕੀਨੋ ਹਮਰਾ ਸਫਲ ਜਨਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ ਕੋਟ ਬ੍ਰਹਮੰਡਾਂ ਦੇ ਮਾਲਕ ਸਾਹਿਬੇ ਕਮਾਲ
ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ। ਪਰਮੇਸ਼ਵਰ ਜੀ ਦਾ ਨਿਜ ਸਵਰੂਪ ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਤਿਸ ਜੀਵੜ ਅਵਰ ਨ ਕੋਇ। ਬਾਣੀ ਗੁਰੂ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਪਰਮ ਸਨਮਾਨ ਯੋਗ ਸਤਿਗੁਰਾਂ ਦੀ ਬਹੁਤ ਹੀ ਪਿਆਰ ਵਾਲੀ ਸ਼ਰਧਾ ਵਾਲੀ ਸਾਧ ਸੰਗਤ ਜੀਓ। ਵਡਿਆਈ ਦੇ ਪਾਤਰ ਹੋਏ ਆਪ ਜੀ, ਜਿਨ੍ਹਾਂ ਨੇ ਸੰਧਿਆ ਵੇਲੇ ਦੇ ਦੀਵਾਨਾਂ ਦੇ ਅੰਦਰ ਸਤਿਗੁਰੂ ਜੀ ਦੇ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਹਜ਼ੂਰ ਦੀ ਹਜ਼ੂਰੀ ਵਿੱਚ ਬੈਠ ਕੇ ਸੋ ਦਰ ਦੇ ਨਿਤਨੇਮ ਤੋਂ ਬਾਅਦ ਬੜੇ ਪਿਆਰ ਦੇ ਨਾਲ ਅੰਮ੍ਰਿਤ ਬਾਣੀ ਦੇ ਅੰਮ੍ਰਿਤਮਈ ਕੀਰਤਨ ਸਰਵਣ ਕਰਕੇ ਮਨੁੱਖਾ ਜੀਵਨ ਦੇ ਬਹੁਮੁੱਲੇ ਪਲਾਂ ਨੂੰ ਸਫਲਿਆਂ ਬਣਾਇਆ। ਤਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਭਰ। ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤਖ ਹਾਰ। ਪ੍ਰਤਖ ਹਾਰ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਅਨੁਸਾਰ ਕੱਲ ਦੇ ਦੀਵਾਨ ਅੰਦਰ ਆਪ ਜੀ ਨੇ ਸਰਵਣ ਕੀਤਾ ਕਿ ਭਾਈ ਪੈੜਾ ਜੀ, ਭਾਈ ਕੰਦੂ ਜੀ ਵਰਗੇ ਗੁਰਮੁਖ ਪਿਆਰੇ ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਦੀ ਚਰਨ ਸਰਨ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਦੇ ਨੇ, ਬੇਨਤੀ ਕਰਦੇ ਨੇ ਕਿ ਮਹਾਰਾਜ ਜੀਓ ਕਿਰਪਾ ਕਰੋ ਕਿ ਸਾਡਾ ਕਲਿਆਣ ਕਿਵੇਂ ਹੋਵੇਗਾ, ਅਸਾਂ ਦੀ ਬੰਦ ਕਲਾਸੀ ਕਿਵੇਂ ਹੋਵੇਗੀ। ਤੇ ਮਹਾਰਾਜ ਜੀ ਨੇ ਫਿਰ ਉਪਦੇਸ਼ ਇਹ ਦਿੱਤਾ, ਸਾਹਿਬ ਕਹਿੰਦੇ ਇੱਕ ਤਾਂ ਸਦਾ ਸਰ ਇਸ਼ਨਾਨ ਕਰੋ, ਦੂਸਰਾ ਪਰਮਾਤਮਾ ਦਾ ਨਾਮ ਜਪਣਾ ਹੈ, ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਹੈ, ਬਾਣੀ ਦਾ ਜਾਪ ਕਰਨਾ ਹੈ। ਤੇ ਨਾਲ ਮੇਰੇ ਸਾਹਿਬ ਨੇ ਕਿਹਾ ਵੀ ਤੁਸਾਂ ਨੇ ਸਿੱਖਾਂ ਸੰਗਤਾਂ ਦੀ ਸੇਵਾ ਕਰਨੀ ਹੈ। ਤੇ ਚੌਥਾ ਮਨ ਦਾ ਹੰਕਾਰ ਦੂਰ ਕਰਕੇ ਨਿਮਰਤਾ ਨੂੰ ਧਾਰਨ ਕਰਕੇ ਰੱਖਣਾ, ਤੁਹਾਡਾ ਇੱਥੇ ਵੀ ਭਲਾ ਤੇ ਉੱਥੇ ਵੀ ਭਲਾ ਹੋਵੇਗਾ। ਗੁਰੂ ਕੇ ਬਚਨ ਮੰਨੇ, ਇਹਨਾਂ ਨੇ ਬਹੁਤ ਸੇਵਾ ਕੀਤੀ, ਸਤਿਗੁਰੂ ਜੀ ਦਾ ਉਪਦੇਸ਼ ਮੰਨਿਆ ਤੇ ਕਹਿੰਦੇ ਮਹਾਰਾਜ ਤੁਸੀਂ ਤੁਹਾਨੂੰ ਬੜੀ ਕਿਰਪਾ ਕੀਤੀ, ਅਸਾਂ ਦਾ ਤੇ ਜਨਮ ਸਫਲਾ ਹੋਇਆ। ਇਹ ਫਿਰ ਸੇਵਾ ਕਮਾ ਕੇ ਗੁਰੂ ਦੀਆਂ ਸੀਸਾਂ ਲੈ ਕੇ ਪਰਤ ਕੇ ਆਪਣੇ ਘਰੀ ਚਲੇ ਜਾਂਦੇ ਨੇ। ਤੇ ਧੰਨ ਗੁਰ ਅਰਜੁਨ ਦੇਵ ਮਹਾਰਾਜ ਫਿਰ ਪਿਆਰੋ ਜਿਨ੍ਹਾਂ ਜਿਨ੍ਹਾਂ ਨੇ ਸੇਵਾ ਨਿਭਾਈ ਹੈ, ਸਤਿਗੁਰੂ ਜੀ ਉਹਨਾਂ ਦੀ ਝੋਲੀ ਕਿਹੜੀ ਕਿਹੜੀ ਦਾਤ ਪਾਉਂਦੇ ਨੇ। ਅੱਗੇ ਦੀ ਵਾਰਤਾ ਨੂੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਆਪਣੀ ਕਲਮ ਦੇ ਦੁਆਰਾ ਇਸ ਤਰ੍ਹਾਂ ਤਰਜ਼ੇ ਬਿਆਨ ਕਰਦੇ ਹਨ ਜੀ। ਕਹਿਤ ਪਏ ਸਤਿਗੁਰ ਧੰਨ ਧੰਨ ਕੀਨੋ ਹਮਰਾ ਸਫਲ ਜਨਾਮਾ। ਸਾਰੇ ਕਹਿਣ ਲੱਗੇ ਸਤਿਗੁਰੂ ਜੀ ਤੁਸੀਂ ਧੰਨ ਹੋ, ਤੁਸੀਂ ਮਹਾਨ ਹੋ। ਗੁਰੂ ਮਹਾਰਾਜ ਜੀ ਦੀ ਵਡਿਆਈ ਕੀਤੀ ਏ ਤੇ ਨਾਲ ਕਹਿੰਦੇ ਸਾਹਿਬ ਜੀ ਆਪ ਜੀ ਨੇ ਬੜੀ ਦਇਆ ਮਾਇਆ ਕੀਤੀ ਹੈ, ਤੁਹਾਡੀ ਚਰਨ ਸਰਨ ਵਿੱਚ ਆਏ ਆ, ਅਸਾਂ ਦਾ ਜਨਮ ਸਫਲਾ ਹੋ ਗਿਆ ਹੈ ਜੀ। ਕੇਤਕ ਦਿਨ ਰਹਿ ਸਤਿਗੁਰ ਪਾਸ ਕਰੀ ਟਹਿਲ ਸਰ ਚਿਤ ਉਲਾਸ। ਕੁਝ ਕੋ ਦਿਨ ਇਹ ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਦੇ ਪਾਸ ਹੀ ਰਹੇ ਨੇ।
ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੇਵਾ ਕਰਦੇ ਰਹੇ, ਸਿਮਰਨ ਕਰਦੇ ਰਹੇ, ਬਾਣੀ ਪੜ੍ਹਦੇ ਰਹੇ, ਗੁਰੂ ਮਹਾਰਾਜ ਜੀ ਦੇ ਚਰਨ ਪਰਸਦੇ ਰਹੇ ਹਨ ਔਰ ਆਪਣੇ ਅੰਦਰ ਦਾ ਖੇੜਾ, ਅੰਦਰ ਦਾ ਹੁਲਾਸ, ਅੰਦਰ ਦਾ ਵਿਗਾਸ ਪ੍ਰਾਪਤ ਕਰਿਆ ਹੈ ਜੀ। ਗੁਰਬਾਣੀ ਸਿਉ ਪ੍ਰੇਮ ਲਗਾਈ, ਕਰੀ ਸੇਵਾ ਸਿੱਖਣ ਅਧਿਕਾਈ। ਔਰ ਧੰਨ ਗੁਰੂ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਨਾਲ ਇਹਨਾਂ ਦਾ ਪ੍ਰੇਮ ਬਣਿਆ ਜੀ। ਗੁਰੂ ਦੇ ਸ਼ਬਦ ਨਾਲ ਇਹਨਾਂ ਨੇ ਹੁਣ ਆਪਣਾ ਪ੍ਰੇਮ ਲਗਾਇਆ। ਹੁਣ ਕਿਵੇਂ ਪਤਾ ਚੱਲੇ ਕਿ ਬਾਣੀ ਦੇ ਨਾਲ ਅਸਾਂ ਦਾ ਪ੍ਰੇਮ ਬਣਿਆ? ਕਿਵੇਂ ਪਤਾ ਚੱਲੇ ਕਿ ਗੁਰ ਸ਼ਬਦ ਨਾਲ ਪ੍ਰੀਤ ਬਣ ਗਈ ਹੈ? ਤੇ ਧੰਨ ਗੁਰੂ ਹਰਿ ਮਹਾਰਾਜ ਜੀ ਨੇ ਕਿਹਾ, ਸਿੱਖੋ, ਜਿਸ ਵੇਲੇ ਤੁਹਾਡਾ ਬਾਰ-ਬਾਰ ਬਾਣੀ ਸੁਣਨ ਨੂੰ ਜੀ ਕਰੇ, ਬਾਣੀ ਦਾ ਪਾਠ ਕਰਨ ਨੂੰ ਜੀ ਕਰੇ, ਤੇ ਸਮਝੋ ਬਾਣੀ ਨਾਲ ਪ੍ਰੇਮ ਬਣ ਗਿਆ, ਪ੍ਰੀਤ ਪੈ ਗਈ ਹੈ। ਦੁਨਿਆਵੀ ਤੌਰ ਤੇ ਜਿਸ ਵਿਅਕਤੀ ਨਾਲ ਸਾਨੂੰ ਸਨੇਹ ਹੋਵੇ, ਉਸ ਨੂੰ ਬਾਰ-ਬਾਰ ਮਿਲਣ ਨੂੰ ਚਿੱਤ ਕਰਦਾ ਹੈ, ਉਹਦੀਆਂ ਗੱਲਾਂ ਕਰਨ ਨੂੰ, ਗੱਲਾਂ ਸੁਣਨ, ਉਹਦੇ ਕੋਲ ਬੈਠਣ ਨੂੰ ਚਿੱਤ ਕਰਦਾ। ਕਿਉਂ? ਉਹਦੇ ਨਾਲ ਸਨੇਹ ਹੈ। ਇਸੇ ਤਰ੍ਹਾਂ ਕਹਿਣ ਲੱਗੇ, ਜਿਸ ਵੇਲੇ ਬਾਰ-ਬਾਰ ਬਾਣੀ ਸੁਣਨ ਨੂੰ, ਬਾਣੀ ਪੜ੍ਹਨ ਨੂੰ, ਬਾਣੀ ਦੀ ਵਿਚਾਰ ਕਰਨ ਨੂੰ ਚਿੱਤ ਕਰੇ, ਤੇ ਸਮਝੋ ਬਾਣੀ ਨਾਲ ਪ੍ਰੇਮ ਬਣ ਗਿਆ, ਪ੍ਰੀਤ ਬਣ ਗਈ। ਗੁਰਬਾਣੀ ਸੋ ਪ੍ਰੇਮ ਲਗਾਈ। ਸਤਿਗੁਰੂ ਦੀ ਬਾਣੀ ਨਾਲ ਇਹਨਾਂ ਨੇ ਪ੍ਰੇਮ ਲਗਾਇਆ ਤੇ ਸਿੱਖਾਂ ਦੀ, ਸੰਗਤਾਂ ਦੀ ਬਹੁਤ ਸੇਵਾ ਕਰਦੇ ਹਨ ਜੀ। ਆਪਣੋ ਜਨਮ ਸਫਲ ਕਰ ਜਾਣੈ, ਪੂਰਨ ਭਾਗ ਆਪਨੇ ਮਾਨੈ। ਤੇ ਇਹੀ ਸਮਝਦੇ ਨੇ ਕਿ ਸਾਡੇ ਭਾਗ ਚੰਗੇ ਨੇ, ਧਨ ਭਾਗ ਨੇ, ਵੱਡੇ ਭਾਗਾਂ ਵਾਲੇ ਆ ਅਸੀਂ, ਕਿ ਜਿਨ੍ਹਾਂ ਨੂੰ ਸਤ ਸੰਗ ਨਸੀਬ ਹੋਇਆ, ਜਿਨ੍ਹਾਂ ਨੂੰ ਇਹ ਬਾਣੀ ਨਸੀਬ ਹੋਈ, ਗੁਰੂ ਦੇ ਦੀਦਾਰ ਨਸੀਬ ਹੋਏ। ਤਾਂ ਹੀ ਪਿਆਰਿਓ, ਇੱਕ ਸੱਜਣ ਬੜੀ ਸੋਹਣੀ ਗੱਲ ਕਹਿੰਦਾ ਹੈ। ਉਹ ਕਹਿੰਦਾ ਕਿ ਨਾ ਅਮੀਰਾਂ ਦੀ ਬਾਤ, ਨਾ ਗਰੀਬਾਂ ਦੀ ਬਾਤ, ਤੇਰੇ ਦਰ ਤੇ ਆ ਜਾਣਾ, ਇਹ ਸਭ ਨਸੀਬਾਂ ਦੀ ਬਾਤ। ਇਹ ਨਸੀਬ ਹੈ ਪਿਆਰਿਓ, ਇਹ ਗੁਰੂ ਘਰ ਵਿੱਚ ਆ ਜਾਣਾ, ਸਤ ਸੰਗ ਵਿੱਚ ਆ ਜਾਣਾ, ਇਹ ਤੇ ਨਸੀਬ ਹੈ, ਇਹ ਤੇ ਭਾਗ ਨੇ, ਇਹ ਤਾਂ ਪਿਆਰੋ ਮੁਕੱਦਰ ਹੈ, ਬੜੀ ਵੱਡੀ ਦਾਤ ਹੈ। ਮੇਰੇ ਸਤਿਗੁਰੂ ਨੇ ਕਿਰਪਾ ਕੀਤੀ। ਇਹ ਕਹਿੰਦੇ ਨੇ, ਮਹਾਰਾਜ ਸਾਡਾ ਜਨਮ ਸਫਲਾ ਹੋ ਗਿਆ, ਸਾਡੇ ਭਾਗ ਜਾਗ ਪਏ, ਤੁਹਾਡੇ ਦਰ ਤੇ ਆਏ ਹਾਂ ਜੀ। ਪੁਨ ਸਤਿਗੁਰ ਕੀ ਆਗਿਆ ਧਾਰੀ, ਗਏ ਆਪਣੇ ਦੇਸ਼ ਮਝਾਰੀ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਜਦੋਂ ਕਾਫੀ ਦਿਨ ਬਤੀਤ ਹੋ ਗਏ, ਇਹਨਾਂ ਨੂੰ ਇੱਥੇ ਆਣ ਕੇ ਨੇਮ ਨਿਭਾਉਂਦੇ ਆ, ਗੁਰੂ ਕੀਆਂ ਖੁਸ਼ੀਆਂ ਲੈਂਦੇ ਆ, ਮਹਾਰਾਜ ਕਹਿੰਦੇ, ਭਾਈ ਤੁਹਾਡਾ ਅੰਦਰ ਭਰ ਗਿਆ ਏ, ਹੁਣ ਤੁਸੀਂ ਵੰਡਣ ਵਾਸਤੇ ਚਲੇ ਜਾਓ। ਮਹਾਰਾਜ ਆਗਿਆ ਕਹਿੰਦੇ, ਹੁਣ ਤੁਸੀਂ ਜਾਓ, ਆਪੋ ਆਪਣੇ ਇਲਾਕੇ, ਆਪ ਆਪਣੇ ਘਰੀ ਜਾ ਕੇ ਉੱਥੇ ਨਾਮ ਜਪਾਓ, ਗੁਰਸਿੱਖੀ ਦਾ ਪ੍ਰਚਾਰ ਕਰੋ। ਉਹ ਇਵੇਂ ਹੈ ਕਿ ਪਿਆਰਿਓ, ਜਿਸ ਵੇਲੇ ਫੁੱਲ ਮਹਿਕ ਨਾਲ ਭਰ ਜਾਂਦਾ ਹੈ ਨਾ, ਤੇ ਫਿਰ ਮਹਿਕ ਵੰਡਣੀ ਸ਼ੁਰੂ ਕਰ ਦਿੰਦਾ ਹੈ। ਬੱਦਲ ਪਾਣੀ ਨਾਲ ਭਰ ਜਾਂਦੇ ਨੇ ਤੇ ਫਿਰ ਵਰਨਾ ਸ਼ੁਰੂ ਕਰ ਦਿੰਦੇ ਨੇ। ਇਸੇ ਤਰ੍ਹਾਂ ਜਿਹੜਾ ਗੁਰੂ ਕਾ ਸਿੱਖ ਹੈ, ਜਦੋਂ ਪਿਆਰਿਓ ਨਾਮ ਦਾ ਰਸੀਆ, ਨਾਮ ਦੇ ਵਿੱਚ ਗੜੂਦ ਹੋ ਜਾਂਦਾ ਹੈ, ਸਤਿਗੁਰ ਕਹਿੰਦੇ, ਪਿਆਰਿਆ ਹੁਣ ਤੂੰ ਗਾ ਵੰਡਣਾ ਵੀ ਸ਼ੁਰੂ ਕਰ, ਹੋਰਨਾਂ ਦਾ ਵੀ ਭਲਾ ਕਰ। ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਆਗਿਆ ਕੀਤੀ ਏ। ਕਹਿਣ ਲੱਗੇ, ਹੁਣ ਜਾਓ, ਆਪੋ ਆਪਣੇ ਦੇਸ਼, ਆਪੋ ਆਪਣੇ ਇਲਾਕਿਆਂ ਵਿੱਚ ਜਾ ਕੇ ਜਿਹੜੇ ਲੋਕ ਨੇ ਉਹਨਾਂ ਨੂੰ ਪ੍ਰੇਮਾ ਭਗਤੀ ਦੇ ਰਾਹ ਤੇ ਤੋਰੋ ਜੀ। ਜਾਏ ਤਹਾਂ ਆਪਣੇ ਗ੍ਰਹਿ ਅੰਤਰ, ਗੁਰ ਗੁਰ ਜਾਪ ਜਪੈ ਸੋ ਨਿਰੰਤਰ। ਧੰਨ ਗੁਰੂ ਮਹਾਰਾਜ ਜੀ ਦੀ ਆਗਿਆ ਮੰਨ ਕੇ, ਗੁਰੂ ਅਰਜੁਨ ਦੇਵ ਜੀ ਦੇ ਬਚਨ ਮੰਨ ਕੇ ਇਹ ਚਲੇ ਗਏ ਜੀ। ਆਪੋ ਆਪਣੇ ਘਰ ਹੀ ਗਏ ਨੇ ਤੇ ਉੱਥੇ ਜਾ ਕੇ ਗੁਰ ਗੁਰ ਜਾਪ ਜਪੈ ਸੋ ਨਿਰੰਤਰ। ਨਿਰੰਤਰ ਗੁਰੂ ਗੁਰੂ ਜਪਦੇ ਨੇ, ਨਿਰੰਤਰ ਬਾਣੀ ਦਾ ਜਾਪ ਕਰਦੇ ਨੇ ਤੇ ਜਪਾਉਂਦੇ ਨੇ। ਇਹ ਨਹੀਂ ਵੀ ਘਰ ਜਾ ਕੇ ਫਿਰ ਗੁਰ ਮੰਤਰ ਭੁੱਲ ਗਏ, ਬਾਣੀ ਭੁੱਲ ਗਏ, ਗੁਰ ਨੂੰ ਭੁੱਲ ਗਏ। ਘਰ ਜਾ ਕੇ ਵੀ ਇਹ ਗੁਰੂ ਗੁਰੂ ਜਪਦੇ ਹਨ ਜੀ। ਆਪਣੇ ਮੀਤਾ ਸੰਬੰਧੀ ਜੇਤੇ, ਜਥਾ ਜੋਗ ਉਪਦੇਸ਼ੇ ਤੇਤੇ। ਤੇ ਜੋ ਫਿਰ ਇਹਨਾਂ ਦੇ ਮਿੱਤਰ ਸਨ, ਜੋ ਇਹਨਾਂ ਦੇ ਸੰਬੰਧੀ ਨੇ, ਜੋ ਇਹਨਾਂ ਦੇ ਰਿਸ਼ਤੇਦਾਰ ਨੇ, ਜੋ ਇਹਨਾਂ ਦੇ ਸੰਗੀ ਨੇ, ਸਾਥੀ ਨੇ,
ਜੋ ਪਿਆਰਿਓ ਯੋਗ ਨੇ ਉਪਦੇਸ਼ ਗ੍ਰਹਿਣ ਕਰਨ ਦੇ ਤੇ ਜਾਂ ਗ੍ਰਾਹਕ ਨੇ ਉਪਦੇਸ਼ ਲੈਣ ਦੇ, ਇਹਨਾਂ ਨੇ ਫਿਰ ਉਹਨਾਂ ਨੂੰ ਜਾ ਕੇ ਉਪਦੇਸ਼ ਦਿੱਤਾ ਹੈ ਜੀ। ਗੁਰ ਸਰ ਮਹਿਮਾ ਅਧਿਕ ਬਤਾਈ, ਸਤਿਗੁਰ ਸਿੱਖ ਭਏ ਅਧਿਕਾਈ। ਇਹਨਾਂ ਨੇ ਫਿਰ ਆਪੋ ਆਪਣੇ ਦੇਸਾਂ ਵਿੱਚ ਜਾ ਕੇ ਗੁਰੂ ਕੀ ਮਹਿਮਾ, ਸੋਦਾ ਸਰ ਦੀ ਮਹਿਮਾ ਔਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਸਥਾਨ ਦੀ ਵਡਿਆਈ ਜਦੋਂ ਆਪਣੇ ਸੰਗੀਆਂ ਨੂੰ, ਰਿਸ਼ਤੇਦਾਰਾਂ ਨੂੰ, ਸੰਬੰਧੀਆਂ ਨੂੰ, ਮਿੱਤਰਾਂ ਨੂੰ, ਆਪਣੇ ਪਿਆਰਿਆਂ ਨੂੰ ਜਾ ਕੇ ਦਰਸਾਈ ਹੈ। ਇਹਨਾਂ ਦੀ ਸੰਗਤ ਕਰਕੇ, ਇਹਨਾਂ ਦਾ ਉਪਦੇਸ਼ ਸੁਣ ਕੇ ਤੇ ਫਿਰ ਕਈ ਹੋਰ ਜਿਹੜੇ ਸਨ ਉਹਨਾਂ ਨੇ ਸਿੱਖੀ ਧਾਰਨ ਕੀਤੀ ਹੈ। ਕਈਆਂ ਹੋਰਨਾਂ ਨੇ ਗੁਰੂ ਉਪਦੇਸ਼ ਗ੍ਰਹਿਣ ਕਰਕੇ ਰੱਬ ਵਾਲੇ ਪਾਸੇ ਤੁਰਨਾ ਆਰੰਭ ਕਰ ਦਿੱਤਾ ਹੈ ਜੀ। ਰਾਤ ਉੱਠ ਇਸ਼ਨਾਨ ਪੁਨ ਕਰੈ, ਗੁਰੂ ਧਿਆਨ ਧਰ ਜਪ ਮੁਖ ਰਰੈ। ਅੰਮ੍ਰਿਤ ਵੇਲੇ ਉੱਠਦੇ ਨੇ, ਇਸ਼ਨਾਨ ਕਰਦੇ ਨੇ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦਾ ਧਰ ਕੇ ਧਿਆਨ ਤੇ ਪਿਆਰ ਉੱਪਰ ਜਪਜੀ ਸਾਹਿਬ ਪੜ੍ਹਦੇ ਨੇ, ਜਾਪ ਕਰਦੇ ਨੇ। ਔਰ ਪਿਆਰ ਇਹ ਜਿਹੜੇ ਸਾਡੇ ਰਹਿਤਨਾਮੇ ਨੇ ਉਹਨਾਂ ਵਿੱਚ ਵੀ ਇਹ ਲਿਖਿਆ ਹੈ ਕਿ ਪ੍ਰਾਤਹ ਕਾਲ ਇਹ ਜਿਹੜਾ ਸਿੱਖ ਇਹਨੂੰ ਉੱਠਣਾ ਚਾਹੀਦਾ ਜੀ, ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਹੈ। ਵਾਹਿਗੁਰੂ ਗੁਰ ਮੰਤਰ ਸੋ ਜਾਪ, ਕਰ ਇਸ਼ਨਾਨ ਪੜੈ ਜਪ ਜਾਪ। ਇਹ ਸਾਡੇ ਰਹਿਤਨਾਮੇ ਨੇ ਕਿ ਸਿੱਖ ਨੇ ਪਿਆਰਿਓ ਗੁਰੂ ਗੁਰੂ ਜਪਦੇ ਉੱਠਣਾ ਹੈ, ਉੱਠ ਕੇ ਇਸ਼ਨਾਨ ਕਰਕੇ ਤੇ ਜਪਜੀ ਸਾਹਿਬ ਦਾ ਪਾਠ ਕਰਨਾ ਹੈ। ਸੰਧਿਆ ਸਮੇਂ ਸੁਣਿਆ ਰਹਿ ਰਾਸ, ਸੰਧਿਆ ਵੇਲੇ ਹੋਵੇ ਆਣ ਕੇ ਰਹਿ ਰਸ ਦਾ ਪਾਠ ਸਰਵਣ ਕਰਨਾ ਜੀ। ਕਥਾ ਕੀਰਤਨ ਕਥਾ ਸੁਨਤ ਹਰ ਜਾਸ, ਤੇ ਪਰ ਕਥਾ ਕੀਰਤਨ ਦੇ ਰੂਪ ਵਿੱਚ ਹਰੀ ਜਸ ਗੁਰੂ ਜਸ ਸਿੱਖ ਨੇ ਸਰਵਣ ਕਰਨਾ ਹੈ। ਇਹ ਸਾਡੀ ਮਰਿਆਦਾ ਜੀ, ਇਸ਼ਨਾਨ ਕਰਨਾ ਹੈ। ਵੈਸੇ ਭਾਈ ਸੰਤੋਖ ਸਿੰਘ ਜੀ ਉਹਨਾਂ ਤੇ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਇਹ ਵੀ ਲਿਖਿਆ ਉਹਨਾਂ ਦੇ ਬੋਲ ਕਿ ਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਸੀਤਲ ਜਲ ਕੋ ਅੰਗੀਕਾਰੈ, ਸਿੱਖ ਨੇ ਠੰਡੇ ਜਲ ਨਾਲ ਇਸ਼ਨਾਨ ਕਰਨਾ ਹੈ। ਪਰ ਅਗਲੀ ਗੱਲ ਕਹਿਣ ਲੱਗੇ ਜੇ ਨਾ ਸਕਤ ਤਪਤ ਕਰ ਬਾਰੈ, ਜੇਕਰ ਠੰਡੇ ਪਾਣੀ ਨਾਲ ਇਸ਼ਨਾਨ ਨਹੀਂ ਨਾ ਕਰ ਸਕਦਾ ਤੇ ਮਹਾਰਾਜ ਕਹਿੰਦੇ ਵੀ ਉਹ ਪਾਣੀ ਕੋਸਾ ਵੀ ਕਰ ਲਏ, ਨਿੱਘਾ ਵੀ ਕਰ ਲਏ। ਮਹਾਰਾਜ ਨੇ ਕੈਸੀ ਖੋਲ ਦਿੱਤੀ ਹੈ ਜੀ, ਕੋਈ ਕੱਟੜਤਾ ਨਹੀਂ, ਕੋਈ ਬੰਦਸ਼ ਨਹੀਂ ਹੈ ਕਿ ਠੰਡੇ ਜਲ ਨਾਲ ਇਸ਼ਨਾਨ ਕਰਨਾ ਜੀ। ਹੁਣ ਗਰਮੀਆਂ ਦੀ ਰੁੱਤ ਹੈ ਪਿਆਰ, ਆਪਾਂ ਪੰਜਾਬ ਠੰਡੇ ਜਲ ਨਾਲ ਇਸ਼ਨਾਨ ਕਰਦੇ ਹੀ ਆ। ਸਰਦੀਆਂ ਦੇ ਵਿੱਚ ਵੀ ਪਿਆਰੇ ਉੱਥੇ ਮੋਟਰ ਚਲੀ, ਅੰਮ੍ਰਿਤ ਨਿੱਘਾ ਪਾਣੀ ਨਿਕਲ ਆਉਂਦਾ। ਪਰ ਹੁਣ ਇਹਨਾਂ ਦੇਸ਼ਾਂ ਵਿੱਚ ਸਨੋ ਪੈਂਦੀ, ਬਰਫ਼ ਪੈਂਦੀ, ਇੰਨੀ ਠੰਡ ਹੈ, ਇੱਥੇ ਤੋਂ ਠੰਡੇ ਜਲ ਨਾਲ ਇਸ਼ਨਾਨ ਨਹੀਂ ਕੀਤਾ ਜਾ ਸਕਦਾ। ਹੁਣ ਕੋਈ ਕੱਟੜਤਾ ਕਰੇ ਆਖੇ ਜੀ ਨਾ ਠੰਡੇ ਜਲ ਨਾਲ ਇਸ਼ਨਾਨ ਕਰਨਾ ਚਾਹੀਦਾ, ਹਾਂ ਜਿਹੜਾ ਸਹਾਰ ਸਕਦਾ ਉਹ ਕਰੇ, ਉਹਨੂੰ ਕੋਈ ਮਨਾਹੀ ਨਹੀਂ, ਪਰ ਹਰੇਕ ਉੱਤੇ ਬੰਦਸ਼ ਨਹੀਂ ਹੈ। ਮੇਰੇ ਸਾਹਿਬ ਨੇ ਕਿਰਪਾ ਕੀਤੀ, ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਸੀਤਲ ਜਲ ਕੋ ਅੰਗੀਕਾਰ ਹੈ, ਕਹਿਣਗੇ ਸੀਤਲ ਜਲ ਨਾਲ ਇਸ਼ਨਾਨ ਕਰਨਾ, ਜੇ ਨਾ ਸਖਤ ਤਪਤ ਕਰ ਬਾਰੈ, ਜੇ ਠੰਡੇ ਜਲ ਨਾਲ ਇਸ਼ਨਾਨ ਨਹੀਂ ਕਰ ਸਕਦਾ, ਤਨ ਵਿੱਚ ਇੰਨੀ ਤਾਕਤ ਨਹੀਂ, ਬਜ਼ੁਰਗੀ ਹੈ, ਤੰਦਰੁਸਤੀ ਨਹੀਂ ਹੈ, ਸਰੀਰ ਤੌਰ ਤੇ ਇਨਸਾਨ ਠੀਕ ਨਹੀਂ ਹੈ, ਤੇ ਉਹ ਗਰਮ ਪਾਣੀ ਨਾਲ ਵੀ ਇਸ਼ਨਾਨ ਕਰ ਸਕਦਾ ਹੈ। ਪਰ ਇੰਨਾ ਕੁ ਜ਼ਰੂਰ ਹੈ, ਬਿਨ ਇਸ਼ਨਾਨ ਨਾ ਭੋਜਨ ਪਾਵੈ, ਬਿਨ ਇਸ਼ਨਾਨ ਨਾ ਦਿਵਸ ਬਤਾਵੈ। ਇੰਨਾ ਜ਼ਰੂਰ ਹੈ ਕਿ ਇਸ਼ਨਾਨ ਕੀਤੇ ਤੋਂ ਬਿਨਾਂ ਮਹਾਰਾਜ ਕਹਿੰਦੇ ਨੇ ਭੋਜਨ ਨਹੀਂ ਖਾਣਾ। ਇਸ਼ਨਾਨ ਕੀਤੇ ਤੋਂ ਬਿਨਾਂ ਸਾਰਾ ਦਿਨ ਬਤੀਤ ਨਹੀਂ ਕਰਨਾ। ਇਹ ਨਾ ਹੋਵੇ ਕਿ ਸਾਰਾ ਦਿਨ ਲੰਘ ਜਾਏ ਗੁਰੂ ਕੇ ਸਿੱਖਾਂ ਤੋਂ ਇਸ਼ਨਾਨ ਹੀ ਨਾ ਕਰੇ, ਐਸਾ ਵੀ ਨਾ ਹੋਵੇ। ਹਾਂ ਵੱਖਰੀ ਗੱਲ ਹੈ ਕਿ ਕਿਸੇ ਨੂੰ ਬੁਖਾਰ ਹੈ, ਸਰੀਰਕ ਕੋਈ ਤਾਪ ਚੜਿਆ, ਕੋਈ ਕਾਰਨ ਹੈ, ਕਿਸੇ ਨੇ ਕੋਈ ਸਰਜਰੀ ਕਰਾਈ ਹੈ, ਤੇ ਫਿਰ ਇਸ਼ਨਾਨ ਨਾ ਵੀ ਹੋਵੇ ਤਾਂ ਉਹਦੇ 'ਚ ਕੋਈ ਮਨਾਹੀ ਨਹੀਂ ਹੈ। ਉਹਦੇ ਵਿੱਚ ਕੋਈ ਇੰਨੀ ਵੱਡੀ ਗੱਲ ਨਹੀਂ, ਸਾਡੀ ਰਹਿਤ ਨਹੀਂ ਰਹਿ ਗਈ। ਇਹ ਸਾਡਾ ਇਤਿਹਾਸ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਨੰਦੇੜ ਦੀ ਧਰਤੀ ਤੇ ਪਿਆਰੋ ਜਿਸ ਵੇਲੇ ਪਠਾਨਾਂ ਨੇ ਛੁਰਾ ਮਾਰਿਆ ਸੀ, ਤੇ ਸਾਡਾ ਇਤਿਹਾਸ ਹੈ ਧੰਨ ਗੁਰੂ ਕਲਗੀਧਰ ਪਿਤਾ ਜੀ ਨੇ 15-18 ਦਿਨ ਇਸ਼ਨਾਨ ਨਹੀਂ ਸੀ ਕੀਤਾ ਤਨ ਕਰਕੇ। ਉਹ ਸਾਡਾ ਇਤਿਹਾਸ ਹੈ। ਇਸ ਕਰਕੇ ਨਹੀਂ ਵੀ ਇਨਸਾਨ ਨੂੰ ਬੁਖਾਰ ਚੜਿਆ ਜਾਂ ਸਰਜਰੀ ਹੋਈ ਹੈ ਤਾਂ ਕੋਈ ਆ ਕੇ ਤੂੰ ਇਸ਼ਨਾਨ ਜ਼ਰੂਰ ਕਰ, ਐਸਾ ਵੀ ਨਹੀਂ ਹੈ ਜੀ। ਇਹ ਭਰਮ 'ਚ ਨਹੀਂ ਪੈਣਾ, ਸਿੱਖ ਨੇ ਵਹਿਮ 'ਚ ਨਹੀਂ ਪੈਣਾ। ਤੰਦਰੁਸਤ ਨੇ ਇਸ਼ਨਾਨ ਜ਼ਰੂਰ ਕਰਨਾ ਹੈ।
ਹੁਣ ਇਹ ਜਿਹੜੇ ਗੁਰੂ ਕੇ ਸਿੱਖ ਨੇ ਕਿਵੇਂ ਕਮਾਉਂਦੇ ਗੁਰੂ ਉਪਦੇਸ਼? ਪ੍ਰਾਤੈ ਉੱਠ ਇਸ਼ਨਾਨ ਪੁਨ ਕਰੈ, ਅੰਮ੍ਰਿਤ ਵੇਲੇ ਉੱਠਦੇ ਨੇ ਜੀ, ਇਸ਼ਨਾਨ ਕਰਦੇ ਨੇ, ਗੁਰੂ ਧਿਆਨ ਧਾਰ ਜਪ ਮੁਖ ਰਰੈ, ਤੇ ਫਿਰ ਕਹਿੰਦੇ ਨੇ ਗੁਰੂ ਚਰਨਾਂ ਦਾ ਧਿਆਨ ਧਰ ਕੇ ਵਾਹਿਗੁਰੂ ਵਾਹਿਗੁਰੂ ਜਪਦੇ ਨੇ, ਬਾਣੀ ਦਾ ਨਿਤਨੇਮ ਕਰਦੇ ਹਨ ਜੀ। ਕਿਰਤ ਧਰਮ ਕੀ ਬਹੁਰ ਸੰਭਾਰੈ, ਫਿਰ ਕਹਿੰਦੇ ਨੇ ਆਪਣੇ ਧਰਮ ਦੀ ਕਿਰਤ ਕਰਦੇ ਨੇ, ਆਪਣਾ ਕਾਰ ਵਿਹਾਰ ਕਰਦੇ ਨੇ, ਆਪਣਾ ਕਾਰੋਬਾਰ ਕਰਦੇ ਹਨ ਜੀ। ਸਿੱਖ ਸੰਤ ਕੀ ਸੇਵਾ ਧਾਰੈ, ਤੇ ਫਿਰ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਦੇ ਨੇ, ਕਿਸੇ ਗਰੀਬ ਦੀ ਮਦਦ ਕਰਦੇ ਨੇ, ਸੰਤਾਂ ਸਿੱਖਾਂ ਦੀਆਂ ਸੰਗਤਾਂ ਦੀਆਂ ਸੇਵਾਵਾਂ ਕਰਦੇ ਨੇ, ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ, ਧਰਮ ਦੀ ਕਿਰਤ ਕਰਦੇ ਨੇ। ਫਿਰ ਜੋ ਕਮਾਈ ਹੋਈ ਹੈ ਉਹਦੇ ਵਿੱਚੋਂ ਕਿਸੇ ਦੀ ਮਦਦ ਕਰਕੇ, ਸਹਾਇਤਾ ਕਰਕੇ, ਤੇ ਫਿਰ ਨਾਲ ਉਹਦਾ ਭਲਾ ਵੀ ਮੰਗਦੇ ਨੇ। ਸੱਜਣਾ ਚੰਗਾ ਕਿ ਤੂੰ ਮੈਨੂੰ ਆਪਣੀ ਸੇਵਾ ਦਾ ਮੌਕਾ ਦਿੱਤਾ ਹੈ, ਮੈਂ ਕੋਈ ਤੇਰੇ ਤੇ ਅਹਿਸਾਨ ਨਹੀਂ ਕੀਤਾ ਹੈ, ਮੈਂ ਕੋਈ ਤੈਨੂੰ ਦਾਲ ਨਹੀਂ ਦਿੱਤਾ, ਮਤਾ ਸੋਚੇ ਨਹੀਂ, ਇਹ ਤੂੰ ਮੈਨੂੰ ਸੇਵਾ ਦਾ ਮੌਕਾ ਦਿੱਤਾ ਆਪਣੀ ਸੇਵਾ ਕਰਨ ਦਾ, ਫਿਰ ਉਹਦਾ ਭਲਾ ਵੀ ਲੋਚਣਾ ਹੈ ਜੀ। ਜਹ ਕਹਿ ਸਿੱਖੀ ਮਾਰਗ ਤੋਰਾ, ਗੁਰੂ ਧਿਆਨ ਜਿਵ ਚੰਦ ਚਕੋਰਾ। ਇਹਨਾਂ ਨੇ ਫਿਰ ਜਿੱਥੇ ਕਿਧਰੇ ਵੀ ਸਿੱਖੀ ਦੇ ਮਾਰਗ ਨੂੰ ਤੋਰਿਆ ਜੀ, ਗੁਰਮੁਖ ਗਾਡੀ ਰਾਹ ਚਲਾਉਂਦਾ, ਆਪ ਸਤਿਗੁਰੂ ਜੀ ਦੇ ਦੱਸੇ ਹੋਏ ਗਾਡੀ ਰਾਹ ਤੇ ਤੁਰਦੇ ਨੇ, ਤੇ ਕਈਆਂ ਹੋਰਨਾਂ ਨੂੰ ਇਸ ਰਾਹ ਤੇ ਤੋਰਿਆ ਏ। ਕਈਆਂ ਨੂੰ ਜਾ ਕੇ ਸਮਝਾਇਆ ਕਿ ਦੂਜੀ ਛੋੜ ਕੁਵਾਟੜੀ, ਇੱਕ ਸਿਉ ਚਿਤ ਲਾਏ, ਦੂਜੇ ਭਾਵੀ ਨਾਨਕਾ ਵਹਿਣ ਲੁੜੰਦੜੀ ਜਾਏ। ਕਈਆਂ ਨੂੰ ਸਮਝਾਇਆ, ਸਿੱਖੀ ਦੇ ਮਾਰਗ ਤੇ ਕਈਆਂ ਨੂੰ ਤੋਰਿਆ। ਗੁਰੂ ਧਿਆਨ ਜਿਵ ਚੰਦ ਚਕੋਰਾ, ਤੇ ਗੁਰੂ ਦੇ ਚਰਨਾਂ ਦਾ ਧਿਆਨ ਇਵੇਂ ਟਿਕਾ ਕੇ ਰੱਖਦੇ ਨੇ, ਲਗਾ ਕੇ ਰੱਖਦੇ ਨੇ, ਜਿਵੇਂ ਚਕੋਰ ਚੰਦਰਮਾ ਚੜਿਆ ਹੋਵੇ, ਉਹਦੇ ਵਿੱਚ ਆਪਣਾ ਧਿਆਨ ਟਿਕਾ ਦੇਂਦੀ ਹੈ ਜੀ। ਇਸ ਬਿਦ ਆਪਣੀ ਆਇਓ ਬਿਤਾਈ, ਪੈੜਾ ਕੰਦੂ ਗੁਰ ਸਿੱਖ ਭਾਈ। ਇਸ ਤਰ੍ਹਾਂ ਇਹ ਭਾਈ ਪੈੜਾ ਜੀ, ਭਾਈ ਕੰਦੂ ਜੀ, ਇਹ ਜੋ ਗੁਰੂ ਕੇ ਸਿੱਖ ਨੇ, ਗੁਰ ਭਾਈ ਨੇ, ਇਸ ਤਰ੍ਹਾਂ ਇਹਨਾਂ ਨੇ ਆਪਣੀ ਜਿਹੜੀ ਆਰਬਲਾ ਉਹ ਗੁਜ਼ਾਰੀ ਹੈ। ਗੁਰੂ ਗੁਰੂ ਜਪਦਿਆਂ, ਸੇਵਾ ਕਰਦਿਆਂ, ਸਿਮਰਨ ਕਰਦਿਆਂ, ਹੋਰਨਾਂ ਨੂੰ ਪ੍ਰੇਰਨਾ ਦਿੰਦਿਆਂ, ਹੋਰਨਾਂ ਨੂੰ ਜਪਾਉਂਦਿਆਂ ਹੋਇਆਂ, ਹੋਰਨਾਂ ਦਾ ਭਲਾ ਕਰਦਿਆਂ ਹੋਇਆਂ ਆਪਣੀ ਆਰਬਲਾ ਇਹ ਬਤੀਤ ਕਰਦੇ ਹਨ ਜੀ। ਅੰਤਰ ਸ਼ੁੱਧ ਸਰੂਪ ਹੋਏ ਗਏ, ਗੁਰ ਚਰਨਨ ਮਨ ਨਿਸ਼ਟਾ ਠਏ। ਇਹਨਾਂ ਦੇ ਹਿਰਦੇ ਸ਼ੁੱਧ ਸਰੂਪ ਹੋ ਗਏ, ਪਵਿੱਤਰ ਹੋ ਗਏ, ਗੁਰੂ ਦੇ ਚਰਨਾਂ ਤੇ ਇਹਨਾਂ ਦਾ ਪੂਰਾ ਨਿਸ਼ਚਾ ਵੱਜ ਗਿਆ ਹੈ ਜੀ। ਜੋ ਜੋ ਤਿਨ ਕੋ ਸੰਗੀ ਹੋਇਓ, ਭੋਗ ਮੋਖ ਤਿਨ ਸਗਰੋ ਜੋਇਓ। ਤੇ ਕਹਿਣ ਲੱਗੇ ਜਿਨ੍ਹਾਂ ਜਿਨ੍ਹਾਂ ਨੇ ਫਿਰ ਇਹਨਾਂ ਦੀ ਸੰਗਤ ਕੀਤੀ ਜੀ, ਜੋ ਜੋ ਇਹਨਾਂ ਦੀ ਸੰਗਤ ਵਿੱਚ ਆ ਗਏ, ਕਹਿਣ ਲੱਗੇ ਉਹਨਾਂ ਤੇ ਵੀ ਮਾਲਕ ਦੀ ਕਿਰਪਾ ਹੋਈ, ਮੁਕਤੀ ਤੇ ਭੁਗਤੀ ਦੀ ਪ੍ਰਾਪਤੀ ਉਹਨਾਂ ਨੂੰ ਵੀ ਹੋ ਗਈ। ਜੋ ਇਹਨਾਂ ਇਹ ਕਿਉਂ ਕਮਾਈ ਵਾਲੇ ਸਨ, ਇਹ ਕਰਨੀ ਵਾਲੇ ਸਨ, ਕਿਉਂਕਿ ਪਿਆਰੋ ਜਿਹੜਾ ਸਿੱਖ ਹੈ ਇਹ ਜਦੋਂ ਗੁਰੂ ਦੇ ਸ਼ਬਦ ਨਾਲ, ਗੁਰੂ ਦੇ ਉਪਦੇਸ਼ ਦੇ ਨਾਲ ਸਿੱਖੀ ਨੂੰ ਕਮਾਉਣ ਲੱਗਦਾ, ਸਿੱਖੀ ਦਾ ਦੀਵਾ ਆਪਣੇ ਅੰਦਰ ਬਾਲ ਲੈਂਦਾ ਏ, ਤੇ ਫਿਰ ਹੋਰ ਕਈ ਬੁਝੇ ਹੋਏ ਜਿਹੜੇ ਦੀਵੇ ਨੇ ਉਹਨਾਂ ਨੂੰ ਜਗਾਉਣ ਤੁਰ ਪੈਂਦਾ ਏ। ਕਿਉਂਕਿ ਸਿੱਖੀ ਫੈਲੀ ਇਵੇਂ ਹੈ, ਜਿਵੇਂ ਦੀਵੇ ਤੋਂ ਦੀਵਾ ਜਗਦਾ ਏ ਨਾ, ਇਵੇਂ ਸਿੱਖੀ ਤੋਂ ਗਾਂ ਸਿੱਖੀ ਦਾ ਪ੍ਰਚਾਰ ਹੋਇਆ ਜੀ। ਧੰਨ ਗੁਰੂ ਨਾਨਕ ਮਹਾਰਾਜ, ਉਹਨਾਂ ਦਾ ਸਿੱਖ ਬਣਿਆ ਭਾਈ ਭਗੀਰਥ। ਭਾਈ ਭਗੀਰਥ ਜਾਂਦਾ ਲਾਹੌਰ, ਮਨਸੁਖ ਨੂੰ ਮਿਲਦਾ ਹੈ, ਭਾਈ ਭਗੀਰਥ ਨੂੰ ਵੇਖ ਕੇ ਤੇ ਭਾਈ ਮਨਸੁਖ ਉਹ ਗੁਰੂ ਕਾ ਸਿੱਖ ਬਣਿਆ। ਭਾਈ ਮਨਸੁਖ ਦਾ ਜੀਵਨ ਦੇਖ ਕੇ ਰਾਜਾ ਸ਼ਿਵਨਾਭ ਉਹ ਗੁਰੂ ਕਾ ਸਿੱਖ ਬਣਿਆ। ਸ਼ਿਵਨਾਭ ਨੂੰ ਦੇਖ ਕੇ ਪਿਆਰੇ ਜਿਹੜੇ ਉਹ ਸੰਗਲਾ ਦੀਪ ਦੇ ਲੋਕ ਸਨ, ਸਾਰਿਆਂ ਨੇ ਸਿੱਖੀ ਧਾਰਨ ਕਰ ਲਈ। ਕਹਿਣ ਤੋਂ ਮੁਰਾਦ ਕਿ ਸਿੱਖੀ ਤੋਂ ਗਾਂ ਸਿੱਖੀ ਦਾ ਪ੍ਰਚਾਰ ਏਦਾਂ ਹੁੰਦਾ ਆਇਆ ਜੀ, ਜਿਵੇਂ ਦੀਵੇ ਤੋਂ ਗਾਂ ਦੀਵਾ ਬਾਲਦਾ ਹੈ। ਇੱਕ ਦੀਵਾ ਬਲਿਆ, ਉਹਨੇ ਦੂਸਰਾ ਬਾਲਿਆ, ਉਹਨੇ ਗਾਂ ਹੋਰ ਬਾਲ ਦਿੱਤੇ। ਸਿੱਖੀ ਦੀਵੇ ਦੀ ਤਰ੍ਹਾਂ ਇਹ ਪਿਆਰਿਓ ਗਾਂ ਪ੍ਰਫੁੱਲਤ ਹੋਈ ਹੈ। ਹੁਣ ਇਹ ਭਾਈ ਕੰਦੂ ਜੀ, ਭਾਈ ਪੈੜਾ ਜੀ, ਇਹਨਾਂ ਆਪ ਤੇ ਸਿੱਖੀ ਕਮਾਈ। ਜੋ ਜੋ ਇਹਨਾਂ ਦੀ ਸੰਗਤ ਵਿੱਚ ਆਏ, ਜਿਨ੍ਹਾਂ ਜਿਨ੍ਹਾਂ ਇਹਨਾਂ ਦਾ ਸੰਗ ਮਾਣਿਆ, ਉਹਨਾਂ ਨੂੰ ਵੀ ਮੁਕਤੀ ਅਤੇ ਭੁਗਤੀ ਦੋਨੋਂ ਚੀਜ਼ਾਂ ਮਿਲੀਆਂ ਹਨ ਜੀ। ਜੋ ਗੁਰ ਅਰਜਨ ਸ਼ਰਨ ਸਿਧਾਰਾ,
ਜਗਤ ਜਲਦ ਤੇ ਬਾਧਿਓ ਤਾਰਾ। ਕਵੀ ਜੀ ਕਹਿਣ ਲੱਗੇ ਜਿਹੜਾ ਵੀ ਵਿਅਕਤੀ ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਆਇਆ, ਪਿਆਰੇ ਉਹ ਭਵ ਸਾਗਰ ਤੋਂ ਪਾਰ ਹੋ ਗਿਆ। ਸੰਸਾਰ ਸਮੁੰਦਰ ਨੂੰ ਆਸਾਨੀ ਦੇ ਨਾਲ ਉਤਰ ਗਿਆ ਹੈ ਜੀ। ਗੁਰ ਨਾਨਕ ਕੇ ਮਾਹੇ ਸਮਾਈ, ਜਨਮ ਮਰਨ ਕੀ ਤਰਾਸ ਮਿਟਾਈ। ਅਖੀਰ ਉਹ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਮਾ ਜਾਂਦਾ ਹੈ, ਲੀਨ ਹੋ ਜਾਂਦਾ ਹੈ। ਉਹਦਾ ਜੰਮਣ ਤੇ ਮਰਨ ਦਾ ਡਰ ਹੀ ਮੁੱਕ ਜਾਂਦਾ ਹੈ, ਮੌਤ ਦਾ ਪੈ ਉਹਦੇ ਅੰਦਰੋਂ ਨਿਕਲ ਜਾਂਦਾ ਹੈ ਜੀ। ਦੋਹਰਾ ਨਿਤ ਕਾਰੀਗਰ ਚਿੰਤ ਹੈ, ਸ਼੍ਰੀ ਹਰਿਮੰਦਰ ਚਾਰ। ਇਧਰ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਕਵੀ ਜੀ ਕਹਿੰਦੇ ਨੇ ਕਾਰੀਗਰ ਲੱਗੇ ਹੋਏ ਨੇ, ਰਾਜ ਮਿਸਤਰੀ ਲੱਗੇ ਹੋਏ ਨੇ। ਸ੍ਰੀ ਹਰਿਮੰਦਰ ਸਾਹਿਬ ਜੀ ਦੀ, ਸ੍ਰੀ ਦਰਬਾਰ ਸਾਹਿਬ ਜੀ ਦੀ ਬੜੀ ਵਧੀਆ ਤਰੀਕੇ ਦੇ ਨਾਲ ਬੜੀ ਸੁੰਦਰ ਚਣਵਾਈ ਕਰਦੇ ਰਹਿੰਦੇ ਨੇ। ਇਧਰ ਜਿਹੜੀ ਸੇਵਾ ਚੱਲੀ ਜਾ ਰਹੀ, ਸ੍ਰੀ ਦਰਬਾਰ ਸਾਹਿਬ ਜੀ ਦੀ ਉਸਾਰੀ ਹੋ ਰਹੀ ਹੈ ਜੀ। ਸ਼੍ਰੀ ਅਰਜਨ ਸਿੱਖਨ ਸਹਿਤ, ਆਨੰਦ ਬਿਲੰਦ ਨਿਹਾਰ। ਧੰਨ ਗੁਰ ਅਰਜੁਨ ਦੇਵ ਮਹਾਰਾਜ ਸਾਰੇ ਸਿੱਖਾਂ ਸਮੇਤ ਜਿਸ ਵੇਲੇ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਦੀ ਉਸਾਰੀ ਜਿਹੜੀ ਸੰਪੂਰਨ ਹੋਣ ਤੇ ਆ ਗਈ ਹੈ, ਜਦੋਂ ਉਹਨੂੰ ਤੱਕਦੇ ਨੇ ਬਹੁਤ ਪ੍ਰਸੰਨ ਹੁੰਦੇ ਹਨ ਜੀ। ਚੌਪਈ ਚੌਂ ਦਿਸ਼ ਬਣੀ ਸੁਪਾਨ ਚਕੋਰ, ਸੁੰਦਰ ਬਣਿਓ ਦਰਸ਼ਨੀ ਪੋਰ। ਚਾਰੇ ਪਾਸੇ ਚੌਰਸ ਪੌੜੀਆਂ ਬਣਾਈਆਂ ਗਈਆਂ, ਦਰਸ਼ਨੀ ਡਿਉੜੀ ਦੀਆਂ ਪੌੜੀਆਂ ਬੜੀਆਂ ਸੁੰਦਰ ਬਣੀਆਂ। ਦਰਸ਼ਨੀ ਡਿਉੜੀ ਜਿਹੜੀ ਉਹ ਤਿਆਰ ਹੋ ਗਈ ਹੈ ਜੀ। ਸਰ ਅੰਦਰ ਪੁਲ ਰਚਿਓ ਵਿਸਾਲ, ਜਹ ਕੋ ਆਏ ਜਾਏ ਨਰ ਜਾਲ। ਤੇ ਫਿਰ ਇਸ ਸਰੋਵਰ ਦੇ ਅੰਦਰ ਦਰਸ਼ਨੀ ਡਿਉੜੀ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਤੱਕ ਫਿਰ ਉਹ ਪੁਲ ਬਣਾਇਆ ਗਿਆ। ਉਹ ਪੁਲ ਬਣਾਇਆ ਜੀ, ਤੇ ਜਿਸ ਰਾਹੀਂ ਪਿਆਰਿਓ ਅਨੇਕਾਂ ਸਿੱਖ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਜਾਂਦੀਆਂ, ਨਤਮਸਤਕ ਹੁੰਦੀਆਂ, ਦਰਸ਼ਨ ਕਰਕੇ ਫਿਰ ਵਾਪਸ ਆਉਂਦੀਆਂ ਨੇ। ਉਹ ਪੁਲ ਜਿਹੜਾ ਆਪਾਂ ਹੁਣ ਵੀ ਜਾਂਦੇ ਹਾਂ, ਸੰਗਤਾਂ ਦਰਸ਼ਨ ਕਰਦੀਆਂ ਨੇ। ਜਦੋਂ ਜ਼ਿਆਦਾ ਗਿਣਤੀ ਵੱਧ ਜਾਂਦੀ ਏ ਫਿਰ ਬਾਂਸ ਲਗਾ ਲਗਾ ਕੇ ਤੇ ਸੰਗਤਾਂ ਨੂੰ ਅਗਾਂਹ ਭੇਜਿਆ ਜਾਂਦਾ, ਰੋਕ ਰੋਕ ਕੇ। ਉਹ ਜਿਹੜਾ ਪੁਲ ਹੈ, ਉਹ ਪੁਲ ਤਿਆਰ ਕੀਤਾ। ਸੰਗਤਾਂ ਹੁਣ ਭਾਰੀ ਗਿਣਤੀ ਵਿੱਚ ਆਉਂਦੀਆਂ ਜਾਂਦੀਆਂ ਹਨ ਜੀ। ਚੌਂ ਦਿਸ਼ ਤੇ ਮਿਨਤੀ ਕਰ ਸਾਰੀ, ਕੁਰਸੀ ਸਰ ਤੇ ਉਰਦ ਉਸਾਰੀ। ਤੇ ਚਾਰੇ ਪਾਸਿਆਂ ਤੋਂ ਮਿਹਨਤੀ ਕਰਕੇ ਨਾਪ ਕੇ ਜੋ ਸ੍ਰੀ ਦਰਬਾਰ ਸਾਹਿਬ ਜੀ ਦੀ ਕੁਰਸੀ ਹੈ ਉਹ ਸਰੋਵਰ ਤੋਂ ਉੱਚੀ ਬਣਾਈ ਹੈ, ਉਹ ਥੋੜੀ ਉੱਪਰ ਬਣਾਈ ਹੈ ਜੀ। ਚਾਰ ਕੋਣ ਜੁਤ ਭਲੇ ਬਣਾਏ, ਪੂਰਬ ਦਿਸ਼ ਹਰ ਪੌੜ ਰਖਾਏ। ਚਾਰੇ ਪਾਸੇ ਜਿਹੜੇ ਕੋਨੇ ਨੇ ਬੜੇ ਵਧੀਆ ਤਰੀਕੇ ਨਾਲ ਬਣਾਏ ਗਏ, ਤੇ ਜੋ ਪੂਰਬ ਵਾਲਾ ਪਾਸਾ ਸੀ ਉੱਥੇ ਪਰ ਹਰ ਕੀ ਪੌੜੀ ਉਹ ਵੀ ਰਚੀ ਗਈ। ਹਰ ਕੀ ਪੌੜੀ ਜਿੱਥੇ ਆਪਾਂ ਸ੍ਰੀ ਦਰਬਾਰ ਸਾਹਿਬ ਜਾ ਕੇ ਨਮਸਕਾਰ ਕਰਦੇ, ਮੱਥਾ ਟੇਕ ਕੇ ਫਿਰ ਬਾਹਰ ਨਿਕਲ ਕੇ ਫਿਰ ਆਪਾਂ ਪਰਿਕਰਮਾ ਕਰਕੇ ਤੇ ਫਿਰ ਆਪਾਂ ਜਾ ਕੇ ਜਿੱਥੇ ਉਹ ਜਲ ਦਾ ਚੂੜਾ ਲੈਨੇ ਆ ਉਹਨੂੰ ਹਰ ਕੀ ਪੌੜੀ ਤਿਆਰ ਕੀਤੀ ਹੈ ਜੀ। ਪਰਦਛਨਾ ਦੇਬੇ ਕੇ ਕਾਰਨ, ਕੁਰਸੀ ਪਰ ਥਲ ਰਾਖ ਸੁਧਾਰਨ। ਤੇ ਸੰਗਤਾਂ ਨੇ ਆਉਣਾ ਹੈ ਉਹਨਾਂ ਦੇ ਪਰਿਕਰਮਾ ਕਰਨ ਦੇ ਲਈ। ਪਿਆਰ ਜਿਹੜੀ ਕੁਰਸੀ ਹੈ ਸੋਧ ਕੇ ਵਧਾ ਕੇ ਰੱਖੀ, ਭਾਵ ਕੇ ਆਲੇ ਦੁਆਲੇ ਪਰਿਕਰਮਾ ਕਰਨ ਦੇ ਲਈ ਜਿਹੜੀ ਜਗ੍ਹਾ ਬਚ ਜਾਵੇ ਜੀ। ਮੈਨ ਚਹੁ ਦਿਸ਼ ਤੇ ਏਕ ਸਮਾਨ, ਹਰ ਮੰਦਰ ਰਾਚੋ ਲੀਨ ਮਹਾਨ। ਚਾਰੇ ਪਾਸਿਆਂ ਤੋਂ ਇੱਕ ਸਮਾਨ ਮਿਣਤੀ ਕਰਕੇ ਬਰਾਬਰ ਕਰਕੇ ਵਿਚਕਾਰ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਰੋਵਰ ਦੇ ਰਚਨਾ ਕਰ ਲਈ ਹੈ ਜੀ। ਚਹੁੰ ਦਰ ਪਰ ਕਰ ਕਰ ਇੱਕ ਛਾਤ, ਕਰ ਹਰ ਪੌੜ ਛਾਤ ਤਿਸ ਭਾਂਤ। ਹੁਣ ਜਿਹੜੇ ਚਾਰ ਦਰਵਾਜ਼ੇ ਨੇ, ਚਾਰੇ ਦਰਵਾਜ਼ਿਆਂ ਦੇ ਉੱਤੇ ਇੱਕ ਇੱਕ ਛੱਤ ਬਣਾ ਕੇ ਉਸ ਪ੍ਰਕਾਰ ਦੀ ਹੀ ਇੱਕ ਜਿਹੜੀ ਛੱਤ ਹੈ ਉਹ ਹਰ ਕੀ ਪੌੜੀ ਤੇ ਵੀ ਬਣਾ ਦਿੱਤੀ ਹੈ ਜੀ। ਦੁਤੀ ਛਾਤ ਲੱਗ ਜਬੇ ਉਸਾਰਾ, ਵਿੱਚ ਹਰ ਮੰਦਰ ਕੋ ਥਲ ਸਾਰਾ। ਤੇ ਜਿਸ ਵੇਲੇ ਦੂਸਰੀ ਛੱਤ ਦੀ ਉਸਾਰੀ ਕੀਤੀ ਗਈ
ਤੇ ਜੋ ਹਰਮੰਦਰ ਸਾਹਿਬ ਦਾ ਜਿਹੜੀ ਵਿਚਲੀ ਜਗ੍ਹਾ ਸੀ ਉਹ ਖਾਲੀ ਰੱਖੀ ਗਈ। ਭਾਵ ਅਸੀਂ ਦੇਖਦੇ ਹਾਂ ਵੀ ਆਲੇ ਦੁਆਲੇ ਦਰਬਾਰ ਸਾਹਿਬ ਦੇ 2 ਛੱਤਾਂ ਨੇ, ਉੱਪਰ ਗੈਲਰੀ ਬਣੀਆਂ, ਸੰਗਤਾਂ ਬੈਠੀਆਂ ਨੇ, ਪਾਠ ਕਰਦੀਆਂ ਨੇ, ਪਰ ਵਿੱਚੋਂ ਜਗ੍ਹਾ ਖਾਲੀ ਹੈ। ਉੱਪਰ ਜਾ ਕੇ ਫਿਰ ਇੱਕੋ ਗੁੰਬਦ ਬਣਦਾ ਹੈ। ਉੱਥੇ 2 ਛੱਤਾਂ ਨਹੀਂ, ਸ੍ਰੀ ਦਰਬਾਰ ਸਾਹਿਬ ਦੇ ਉੱਪਰ ਉੱਥੇ ਇੱਕੋ ਛੱਤ ਹੈ, ਜਿੱਥੇ ਆਪਾਂ ਦੇਖਦੇ ਝੂਮਰ ਲੱਗੇ ਨੇ, ਚੰਦੋਆ ਸਾਹਿਬ ਲੱਗਿਆ ਉੱਪਰੋਂ, ਬਿਲਕੁਲ ਉੱਪਰ ਜਾ ਕੇ ਗੁੰਬਦ ਹੈ ਉਹ ਮਿਲਿਆ ਹੋਇਆ। ਇਸੇ ਤਰ੍ਹਾਂ ਕਹਿੰਦੇ ਉੱਪਰ ਤੇ ਕਹਿਣ ਲੱਗੇ ਪਈ ਚੁਗਰ ਦੇ 2-2 ਛਾਤ, ਚਾਰੇ ਪਾਸੇ 2-2 ਛੱਤਾਂ ਬਣਾਈਆਂ ਨੇ, ਪਰ ਵਿੱਚੋਂ ਜਿਹੜੀ ਜਗ੍ਹਾ ਉੱਥੇ ਕੇਵਲ ਇੱਕ ਛੱਤ ਹੈ ਜੀ। ਉੱਪਰ ਤੇ ਪੁਨ ਸਮ ਕਰ ਦਿਓ, ਏਕ ਛਾਤ 2 ਛਾਤ ਮਿਲਿਓ। ਉੱਪਰ ਤੋਂ ਜਾ ਕੇ ਫਿਰ ਉਹ ਜਿਹੜੀ ਛੱਤ ਹੈ ਦੂਸਰੀਆਂ ਛੱਤਾਂ ਦੇ ਨਾਲ ਬਰਾਬਰ ਕਰ ਦਿੱਤੀ ਜਾਂਦੀ ਹੈ, ਉਹਨਾਂ ਨਾਲ ਜਾ ਕੇ ਉਹ ਮਿਲ ਜਾਂਦੀ ਹੈ ਜੀ। ਤੇ ਮਹਰ ਪੌੜ ਦਿਸ਼ਾਤ ਜੋ ਹੋਈ, ਉੱਪਰ ਮਿਲਿਓ ਕਿਉਂ ਸਮ ਸੋਈ। ਇਸੇ ਤਰ੍ਹਾਂ ਜਿਹੜੀ ਹੜ ਕੀ ਪੌੜੀ ਵਾਲੀ ਥਾਂ ਹੈ ਉਹਦੇ ਉੱਪਰ ਵੀ 2 ਛੱਤਾਂ ਨੇ। ਇੱਕ ਤਾਂ ਜਦੋਂ ਆਪਾਂ ਚੂਲਾ ਲੈ ਕੇ ਪਛਾਂ ਹਟਨੇ ਆ, ਉੱਪਰ ਝਾਤੀ ਮਾਰਨ ਤੇ ਛੱਤ ਹੈ, ਪਰ ਉਹ ਜਿਹੜੀ ਛੱਤ ਹੈ ਪੌੜੀਆਂ ਚੜ੍ਹ ਕੇ ਉੱਪਰ ਜਾਵਾਂਗੇ ਨਾ ਜਦੋਂ, ਉੱਥੇ ਸ੍ਰੀ ਗੁਰੂ ਗ੍ਰੰਥ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ, ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਵਾਹ ਚੱਲਦੇ ਹੋਏ ਨੇ, ਚੱਲਦੇ ਰਹਿੰਦੇ ਨੇ ਉੱਥੇ ਹਰ ਵੇਲੇ ਪਿਆਰੇ। ਫਿਰ ਇੱਕ ਉਹ ਛੱਤ ਹੈ, ਫਿਰ ਉਹਦੇ ਉੱਪਰ ਹੋਰ ਛੱਤ ਹੈ, ਡਬਲ ਛੱਤ ਹੋ ਗਈ। ਹਰ ਕੀ ਪੌੜੀ ਉੱਪਰ ਵੀ ਇਸੇ ਤਰ੍ਹਾਂ 2 ਛੱਤਾਂ ਬਣਾਈਆਂ ਗਈਆਂ ਹਨ ਜੀ। ਤੇ ਸਮਾਨ ਥਲ ਜਬੇ ਬਣਾਇਓ, ਕਰਨ ਬੰਗਲਾ ਉਰਦ ਉਠਾਇਓ। ਇਸ ਤਰ੍ਹਾਂ ਜਦੋਂ ਇਹ ਸਾਰੀ ਤਿਆਰੀ ਹੋ ਗਈ ਏ, ਇਹ ਸਾਰੀਆਂ ਛੱਤਾਂ ਤਿਆਰ ਹੋ ਜਾਂਦੀਆਂ ਨੇ, ਤੇ ਫਿਰ ਕਰਨ ਬੰਗਲਾ ਤੋਂ ਮੁਰਾਦ ਕੇ ਗੁੰਬਦ, ਫਿਰ ਗੁੰਬਦ ਬਣਾਉਣ ਦੇ ਲਈ ਉਹ ਸਾਰੀ ਆਰੰਭ ਦਿੱਤੀ ਜਾਂਦੀ ਹੈ ਜੀ। ਦਾਲ ਮਸਾਲੇ ਮੋਲ ਬਿਸਾਲੇ, ਚੂਨੋ ਸੂਖਮ ਪੀਸ ਖਰਾਲੇ। ਬੜੇ ਕੀਮਤੀ ਮਸਾਲੇ ਪਾ ਕੇ ਇਹ ਜਿਹੜਾ ਚੂਨਾ ਫਿਰ ਉਹਨੂੰ ਬਹੁਤ ਬਰੀਕ ਪੀਸ ਕੇ ਤਿਆਰ ਕੀਤਾ ਜਾਂਦਾ ਹੈ ਜੀ। ਸਿਰ ਪਰ ਧਰ ਧਰ ਲੈ ਕਰ ਜਾਵੇਂ, ਹਰ ਮੰਦਰ ਕੇ शिखर पहुँचावें। और गुरु के से गुरु किया संगतां जिस वेले ये चूना तैयार हो जाता है, पर के बाटे अपने सिरां ते रख के उपर शिखर तक लैके जाते हैं, क्योंकि गुंबद हुण बहुत उच्चा बनता पिया। वो गुंबद उपर कारीगर लगे हुए ने प्यारे, उत्ते फिर ये जिहड़े ने ये चूना लैके उत्ते पहुंचाउंदे हन जी। घरें ईटकां धरें बनाई, पावे चारों उर्द उठाई। इट्टां घड़ घड़ के जिहड़े कारीगर ने बड़ी वधिया तरीके दे नाल लगा रहे हन, चारे पासे प्यारे उच्चे उठा दिते हन जी। काल बूता ऊपर पुन करे, चारों दर चूने जुत जरे। ते फिर डाट दे के थले पाव के कलबूत मतलब ढांचा, डाट दे के ढांचा बना के चारे दरवाजे जिहड़े चूने नाल वधिया तरीके नाल जड़ दिते हन जी। उन ऊपर को मंडप होए, चहों खूटन चहों कलश परोए। फिर उन्हां दे उपर वाल विचकारला जिहड़ा वड्डा गुंबद सी ओह तैयार कीता गया। वड्डा गुंबद तैयार करन तो बाद फिर प्यारे चारे नुकरां ते चार जिहड़े निक्के निक्के गुंबद ਉਹ ਬਣਾਏ ਗਏ ਹਨ ਜੀ। ਲਗ ਲਗ ਕਲਸ ਚੁਗਰਦੇ ਕਰੇ, ਚਾਮੀ ਕਰਕੇ ਦੀਪਕ ਖਰੇ। ਤੇ ਗੁੰਬਦ ਦੇ 4 ਸਪੇਰੇ ਫਿਰ ਪਿਆਰੇ ਹੋਰ ਛੋਟੇ ਛੋਟੇ ਕਈ ਜਿਹੜੇ ਗੁੰਬਦ ਨੇ ਉਹ ਬਣਾ ਦਿੱਤੇ ਜਾਂਦੇ ਨੇ, ਜਿਨ੍ਹਾਂ ਤੇ ਸੋਨਾ ਮੜਿਆ ਹੋਇਆ ਹੈ, ਜੋ ਪਿਆਰੇ ਦੂਰੋਂ ਚਮਕਾਰੇ ਮਾਰਦੇ ਚਮਕਦੇ ਹਨ ਜੀ। ਉੱਚੋ ਕਲਸ ਬੀਚ ਕੋ ਹੋਵਾ, ਚੌਂ ਦਿਸ਼ ਦੂਰ ਦੂਰ ਲਗ ਜੋਵਾ। ਤੇ ਜਿਹੜਾ ਵਿਚਕਾਰਲਾ ਵੱਡਾ ਗੁੰਬਦ ਸਾਹਿਬ ਹੈ ਉਹ ਪਿਆਰਿਓ ਦੂਰੋਂ ਦੂਰੋਂ ਸੰਗਤਾਂ ਨੂੰ ਦਿਖਾਈ ਪੈਂਦਾ ਹੈ, ਨਜ਼ਰ ਆਉਂਦਾ ਹੈ, ਉਹ ਬਹੁਤ ਉੱਚਾ ਬਣਾਇਆ ਗਿਆ ਹੈ ਜੀ। ਭਇਓ ਸਪੂਰਨ ਸ਼੍ਰੀ ਹਰਿਮੰਦਰ, ਜਿਹੇ ਸਮ ਸਰਨਾ ਅਪਰ ਜਗ ਅੰਦਰ। ਕਵੀ ਜੀ ਕਹਿੰਦੇ ਨੇ ਇਸ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਜੀ ਸੰਪੂਰਨ ਹੋਏ, ਹਰਿਮੰਦਰ ਸਾਹਿਬ ਦੀ ਸੰਪੂਰਨਤਾ ਹੋਈ ਕਿ ਸੰਸਾਰ ਵਿੱਚ ਜਿਸ ਸਥਾਨ ਵਰਗਾ ਹੋਰ ਕੋਈ ਥਾਂ ਨਹੀਂ ਹੈ, ਜੇ ਜਗ੍ਹਾ ਵਰਗੀ ਹੋਰ ਕੋਈ ਜਗ੍ਹਾ ਨਹੀਂ ਹੈ। ਇਹਨੀਆਂ ਬਰਕਤਾਂ ਵਾਲੀ, ਪ੍ਰਤਾਪ ਵਾਲੀ, ਬੰਦਗੀ ਵਾਲੀ ਹੋਰ ਕੋਈ ਥਾਂ ਨਹੀਂ ਹੈ, ਇਹੋ ਜੀ ਕੋਈ ਜਗ੍ਹਾ ਨਹੀਂ ਜੀ ਵਾਕਿਆ ਹੀ। ਔਰ ਵੈਸੇ ਤੇ ਪਿਆਰਿਓ ਬੜੀਆਂ ਮਿਸਾਲਾਂ ਮਿਲਦੀਆਂ ਨੇ,
ਪ੍ਰੋਫੈਸਰ ਪੂਰਨ ਸਿੰਘ ਜੀ ਕਹਿੰਦੇ ਨੇ, ਗੁਰੂ ਕੇ ਸਿੱਖਾ, ਜਿਸ ਵੇਲੇ ਸ੍ਰੀ ਦਰਬਾਰ ਸਾਹਿਬ ਜਾਣਾ ਉਤੇ ਕਾਲੀ ਕਾਲੀ ਨਾ ਚਲਿਆ ਕਰ, ਕਿਉਂਕਿ ਪ੍ਰਕਰਮਾਂ ਦੇ ਵਿੱਚ ਜਿਹੜੇ ਸੰਗੇ ਮਰਮਰ ਦੇ ਪੱਥਰ ਲੱਗੇ ਨੇ, ਕਹਿੰਦੇ ਉਹਨਾਂ ਪੱਥਰਾਂ ਦੇ ਹੇਠਾਂ ਪਤਾ ਨਹੀਂ ਇਸ ਗੁਰੂ ਘਰ ਦੀ ਪਵਿੱਤਰਤਾ ਲਈ ਕਿੰਨੇ ਕੁ ਸਿੰਘਾਂ ਦੇ ਸਿਰ ਵੀ ਲੱਗੇ ਹੋਏ ਨੇ। ਕਾਲੀ ਨਾ ਕਰੀ ਉੱਥੇ ਜਾ ਕੇ। ਇਸ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤਰਤਾ ਦੇ ਲਈ ਪਤਾ ਨਹੀਂ ਕਿੰਨੇ ਕੁ ਸਿੰਘਾਂ ਦੇ ਉਸ ਇੱਕ ਇੱਕ ਪੱਥਰ ਹੇਠਾਂ ਸੀਸ ਲੱਗੇ ਹੋਏ ਨੇ, ਇਸ ਕਰਕੇ ਕਾਲੀ ਨਾ ਕਰੀ। ਉਹ ਜਗ੍ਹਾ ਪਿਆਰੇ, ਉਹ ਸ਼ਹੀਦਾਂ ਦੇ ਖੂਨ ਵਿੱਚ, ਬਾਣੀ ਦੇ ਵਿੱਚ, ਪਰਮਾਤਮਾ ਦੇ ਨਾਮ ਦੇ ਵਿੱਚ ਉਹਦਾ ਕਣ ਕਣ ਜਿਹੜਾ ਹੈ ਨਾ ਜੀ, ਉਹ ਰੰਗਿਆ ਹੋਇਆ ਜੀ, ਕਣ ਕਣ ਰੰਗਿਆ ਹੋਇਆ। ਤੂੰ ਜਿੱਥੇ ਮਰਜੀ ਬਹਿ, ਪ੍ਰਕਰਮਾਂ 'ਚ ਬਹਿ, ਬਰਾਂਡੇ 'ਚ ਬਹਿ, ਪਿਆਰਾ ਤੈਨੂੰ ਅੱਖਾਂ ਨੇਤਰ ਬੰਦ ਕਰਕੇ ਦੋ ਘੜੀਆਂ ਬਹਿ, ਤੈਨੂੰ ਆਨੰਦ ਆਏਗਾ ਹੀ ਆਏਗਾ ਜੀ। ਇੱਕ ਸੱਜਣ ਤੋੜ ਬੜੇ ਕਮਾਲ ਦੀ ਗੱਲ ਕਹੀ। ਉਹ ਕਹਿੰਦਾ ਵੀ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦੀ ਬੇਰ ਹੈ ਨਾ, ਕਹਿੰਦੇ ਤੂੰ ਭਾਵਨਾ ਬਣਾ ਕੇ ਉੱਥੇ ਬੈਠ ਕੇ ਤੇ ਜਪਜੀ ਸਾਹਿਬ ਦਾ ਪਾਠ ਕਰੀ, ਤੈਨੂੰ ਐ ਮਹਿਸੂਸ ਹੋਏਗਾ ਜਪਜੀ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਕਿ ਜਿਵੇਂ ਬਾਬਾ ਬੁੱਢਾ ਸਾਹਿਬ ਨੇ ਤੇਰੇ ਸਿਰ ਤੇ ਆਣ ਕੇ ਹੱਥ ਰੱਖ ਦਿੱਤਾ, ਤੈਨੂੰ ਮਹਿਸੂਸ ਹੋਏਗਾ। ਉਹ ਜਗ੍ਹਾ ਇੰਨੀਆਂ ਬਰਕਤਾਂ ਵਾਲੀ ਹੈ ਜੀ, ਹਰ ਕੋਨਾ ਕੋਨਾ। ਇਸ ਕਰਕੇ ਸਾਹਿਬ ਨੇ ਕਿਰਪਾ ਕੀਤੀ, ਏਦਾਂ ਦਾ ਉਹ ਸਥਾਨ ਬਣਾਇਆ, ਸੰਸਾਰ ਵਿੱਚ ਉਹਦੇ ਵਰਗਾ ਹੋਰ ਕੋਈ ਸਥਾਨ ਨਹੀਂ ਹੈ ਜੀ। ਮਦ ਛਾਤ ਚਹੁ ਦਿਸ਼ ਮੈਂ ਤਹਾਂ, ਰਚੀ ਦਰੀਚੀ ਸੁੰਦਰ ਮਹਾ। ਤੇ ਜਿੱਥੇ ਹੁਣ ਵਿਚਕਾਰਲੀ ਮੰਜ਼ਿਲ ਸੀ, ਚਾਰੇ ਪਾਸੇ ਜਿੱਥੇ ਆਪਾਂ ਉੱਪਰ ਗੈਲਰੀ 'ਚ ਬੈਠਦੇ ਆ, ਸੰਗਤਾਂ ਬੈਠਦੀਆਂ ਨੇ, ਪਾਠ ਕਰ ਰਹੀਆਂ ਹੁੰਦੀਆਂ ਨੇ, ਫਿਰ ਪਿਆਰੇ ਉਹਦੇ ਵਿੱਚ ਬੜੀਆਂ ਸੋਹਣੀਆਂ ਜਿਹੜੀਆਂ ਬਾਰੀਆਂ, ਉਹ ਬਾਰੀਆਂ ਰੱਖੀਆਂ ਗਈਆਂ, ਜਿਹਨਾਂ ਆਪਾਂ ਵਿੰਡੋ 'ਚ ਕਹਿ ਦਿੰਦੇ ਆ, ਉਹ ਬਾਰੀਆਂ ਲਗਾਈਆਂ ਜਿਨ੍ਹਾਂ ਦੇ ਰਾਹੀਂ ਪਿਆਰ ਅੰਦਰ ਹਵਾ ਆਉਂਦੀ ਹੈ ਜੀ। ਖਾਸਟ ਰੁਤਨ ਮਹਿ ਸਭ ਸੁਖਦਾਈ, ਲੱਗੇ ਪਵਨ ਪਸ਼ਚਮ ਪੁਰਵਾਈ। ਔਰ ਜਿਹੜੀਆਂ 6 ਰੁੱਤਾਂ ਨੇ ਹਿੰਦੁਸਤਾਨ ਦੀ ਧਰਤੀ ਤੇ ਪੰਜਾਬ ਬਦਲਦੀਆਂ ਰਹਿੰਦੀਆਂ ਨੇ, ਕਹਿੰਦੇ ਨੇ ਰੁੱਤ ਕੋਈ ਵੀ ਹੋਵੇ, ਲੇਕਿਨ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹਰੇਕ ਰੁੱਤ ਵਿੱਚ ਬੈਠਣ ਦਾ ਇੱਕੋ ਜਿਹਾ ਆਨੰਦ ਹੈ ਜੀ। ਚਾਹੇ ਗਰਮੀ ਦੀ ਰੁੱਤ ਹੋਵੇ ਤੇ ਪਿਆਰੇ, ਕੋਈ ਇਹ ਨਹੀਂ ਕਹੇਗਾ ਕਿ ਮੈਨੂੰ ਗਰਮੀ ਬਹੁਤ ਲੱਗਦੀ ਹੈ, ਮੇਰਾ ਪਸੀਨਾ ਆਈ ਜਾਂਦਾ ਨਾ। ਲਗੇ ਪਵਨ ਪਸ਼ਚਮ ਪੁਰਵਾਈ, ਇਸ ਤਰੀਕੇ ਨਾਲ ਉਸਾਰੀ ਕੀਤੀ ਗਈ ਹੈ। ਚਾਹੇ ਪੱਛੋਂ ਦੀ ਹਵਾ ਚੱਲੇ ਤੇ ਚਾਹੇ ਪੁਰੇ ਦੀ ਹਵਾ ਚੱਲੇ, ਪਿਆਰੇ ਉਹ ਦੋਨੋਂ ਹਵਾਵਾਂ ਅੰਦਰ ਲੱਗਦੀਆਂ ਹਨ ਜੀ। ਜਹ ਗਰੀਖਮ ਮਹਿ ਸਵੈਦ ਨ ਜੋਵੈ, ਹਿਮਰੁਤ ਮਹਿ ਪਾਲੋ ਨਹਿ ਹੋਵੈ। ਗਰੀਖਮ ਦੇ ਅਰਥ ਨੇ ਗਰਮੀ। ਗਰਮੀ ਦੀ ਜਿੰਨੀ ਮਰਜ਼ੀ ਰੁੱਤ ਹੋਵੇ, ਪਿਆਰੇ ਉਸ ਉਹ ਜਿਹੜੀ ਗੈਲਰੀ ਹੈ ਉੱਥੇ ਬੈਠ ਜਾਈਏ, ਦਰਬਾਰ ਸਾਹਿਬ ਬੈਠ ਜਾਈਏ ਤੇ ਮੁੜਕਾ ਨਹੀਂ ਆਉਂਦਾ। ਕਹਿਣ ਲੱਗੇ ਹਿਮਰੁਤ ਮੈਂ, ਤੇ ਜਦੋਂ ਹਿਮਰੁਤ ਅੱਤ ਦੀ ਸਰਦੀ, ਪੋਹ ਮਾਘ ਦਾ ਮਹੀਨਾ ਆਉਂਦਾ ਤੇ ਅੰਦਰ ਬੈਠਿਆ ਪਾਲਾ ਨਹੀਂ ਲੱਗਦਾ, ਸਰਦੀ ਵੀ ਨਹੀਂ ਲੱਗਦੀ ਹੈ ਜੀ। ਬਰਖਾ ਮਹਿ ਬੜ ਹੋਤ ਬਹਾਰ, ਬਿਨ ਕਰਦਮ ਤੇ ਸੁੰਦਰ ਬਾਰ। ਤੇ ਜਿਸ ਵੇਲੇ ਵਰਖਾ ਹੁੰਦੀ ਹੈ ਫਿਰ ਤੇ ਬਹੁਤ ਵੱਡੀ ਬਹਾਰ ਬਣ ਜਾਂਦੀ ਹੈ। ਇਹ ਜੋ ਸੁੰਦਰ ਬਾਰੀਆਂ ਪਿਆਰਿਓ, ਜੋ ਬਿਨਾਂ ਗਾਰੇ ਤੋਂ ਬਣਾਈਆਂ ਗਈਆਂ, ਜਦੋਂ ਉਹਨਾਂ ਬਾਰੀਆਂ ਦੇ ਰਾਹੀਂ ਜਦੋਂ ਵਰਖਾ ਹੁੰਦੀ ਹੈ ਤੇ ਆਪਾਂ ਸਰੋਵਰ ਵੱਲ ਤੱਕਦੇ ਹਾਂ ਜੀ। ਚੌਂ ਦਿਸ਼ ਦ੍ਰਿਸ਼ਟ ਨੀਰ ਪਰ ਪਰੈ, ਮੇਘ ਧਾਰ ਬਿਨ ਮਲ ਤੇ ਭਰੈ। ਪਿਆਰਿਓ ਫਿਰ ਸਾਰੇ ਪਾਸੇ ਦ੍ਰਿਸ਼ਟੀ ਜਦੋਂ ਮਾਰੀ ਦੀਏ ਤੇ ਨਿਰਮਲ ਜਲ ਹੀ ਜਲ ਜਿਹੜਾ ਉਹ ਨਜ਼ਰ ਆਉਂਦਾ ਹੈ। ਬਸ ਇਵੇਂ ਲੱਗਦਾ ਹੈ ਕਿ ਜਿਹੜੇ ਬੱਦਲ ਨੇ ਨਿਰਮਲ ਜਲ ਦੇ ਨਾਲ ਜਿਵੇਂ ਉਹ ਭਰੇ ਹੋਏ ਹੋਵਣ ਜੀ। ਜਗਤ ਮਝਾਰ ਨ ਐਸੇ ਕੋਈ, ਮੰਦਰ ਦਿਖਤ ਆਨੰਦ ਨਾ ਹੋਈ। ਸਾਰੇ ਜਗਤ ਵਿੱਚ, ਸਾਰੇ ਸੰਸਾਰ ਵਿੱਚ ਫਿਰ ਇਦਾਂ ਦਾ ਕੋਈ ਮੰਦਰ ਨਹੀਂ, ਕੋਈ ਸਥਾਨ ਨਹੀਂ, ਕੋਈ ਪਵਿੱਤਰ ਜਗ੍ਹਾ ਨਹੀਂ। ਤਾਂ ਸਾਹਿਬ ਨੇ ਕਿਹਾ ਸੀ ਕਿ ਡਿਠੇ ਸਭੇ ਥਾਵ, ਨਹੀਂ ਤੁਧ ਜਿਹਾ, ਬਧੋ ਪੁਰਖ ਵਿਧਾਤੇ, ਤਾਂ ਤੂੰ ਸੋਹਿਆ। ਵਸਦੀ ਸਗਲ ਅਪਾਰ, ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਹੇ, ਨਾਇ ਰਾਮਦਾਸ ਹਰ, ਉਹ ਥਾਂ ਵਰਗੀ ਕੋਈ ਥਾਂ ਨਹੀਂ। ਮੇਰੇ ਸਾਹਿਬ ਨੇ ਕਿਹਾ ਜਗਤ ਮਝਾਰ ਨ ਐਸੇ ਕੋਈ, ਮੰਦਰ ਦਿਖਤ ਆਨੰਦ ਨਾ ਹੋਈ। ਇੰਨੀ ਆਨੰਦਮਈ, ਅੰਦਰ ਦਾ ਸਕੂਨ ਲੈਣ ਵਾਲੀ, ਸ਼ਾਂਤੀ ਲੈਣ ਵਾਲੀ ਹੋਰ ਕੋਈ ਥਾਂ ਨਹੀਂ ਹੈ ਜੀ। ਚਿਤਰਤ ਚਾਮੀ ਕਰਤੇ ਚਾਰ,
ਚਾਰ ਓਰ ਮੈਂ ਚਮਕ ਨਿਹਾਰ। ਹਰਿਮੰਦਰ ਸਾਹਿਬ ਪਿਆਰੇ ਜਿਹੜੇ ਫਿਰ ਚਿੱਤਰਕਾਰ ਨੇ, ਚਿੱਤਰਕਾਰੀ ਕਰਨ ਵਾਲੇ, ਮੀਨਾਕਾਰੀ ਕਰਨ ਵਾਲੇ, ਉਹਨਾਂ ਨੇ ਸੋਹਣੀ ਮੀਨਾਕਾਰੀ ਕਰ ਕਰਕੇ ਸ੍ਰੀ ਦਰਬਾਰ ਸਾਹਿਬ ਜੀ ਨੂੰ ਚਾਰੇ ਪਾਸਿਆਂ ਤੋਂ ਚਿੱਤਰਿਆ ਹੋਇਆ ਹੈ, ਸੋਹਣਾ ਲੱਗਿਆ ਹੈ। ਉਹਦੇ ਵਿੱਚ ਕਣੀਆਂ ਲਗਾਈਆਂ ਨੇ ਜਿਹੜੀਆਂ ਚਮਕਦੀਆਂ ਦਿਖਾਈ ਪੈਂਦੀਆਂ ਹਨ ਜੀ। ਚਾਰ ਪਦਾਰਥ ਕੋ ਦਾਤਾਰ, ਚਾਰ ਵਰਨ ਕੋ ਜਹਾਂ ਉਚਾਰ। ਕਹਿਣ ਲੱਗੇ ਇਹ ਵੀ ਮਹਾਰਾਜ ਜੀ ਦੀ ਕਿਰਪਾ ਹੀ ਹੈ, ਸਤਿਗੁਰੂ ਜੀ ਦੀ ਜੀ। ਵੇਖੋ ਚਾਰ ਪਦਾਰਥ ਨੇ ਲੋਕ ਮੰਗਦੇ ਨੇ, ਧਰਮ ਅਰਥ ਕਾਮ ਮੋਖ। ਬਾਣੀ ਚ ਇਹਨਾਂ ਦਾ ਜ਼ਿਕਰ ਵੀ ਆਉਂਦਾ ਹੈ ਕਿ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਸ੍ਰੀ ਦਰਬਾਰ ਸਾਹਿਬ ਜੀ ਦੇ ਚਾਰ ਦਰਵਾਜ਼ੇ ਰੱਖੇ ਗਏ, ਕਿਉਂ ਕਿ ਸਤਿਗੁਰੂ ਚਾਰ ਪਦਾਰਥਾਂ ਦਾ ਦਾਤਾ ਵੀ ਹੈ। ਚਾਰ ਪਦਾਰਥ ਜਿਹੜਾ ਇੱਥੇ ਆਏਗਾ ਪਿਆਰ ਉਹਨੂੰ ਚਾਰ ਪਦਾਰਥ ਮਿਲਣਗੇ। ਚਾਰ ਵਰਨ ਕੋ ਜਹਾਂ ਉਚਾਰ, ਤੇ ਚਾਰ ਅੱਖਰਾਂ ਦਾ ਪਿਆਰ ਵਾਹਿਗੁਰੂ ਗੁਰਮੰਤਰ, ਇਹ ਵੀ ਚਾਰ ਅੱਖਰ ਨੇ ਜੀ। ਵਹੁਆ ਹਾਹਾ ਗੱਗਾ ਤੇਰਾਰਾ, ਇਹ ਜਿਹੜੇ ਚਾਰ ਅੱਖਰ ਨੇ ਪਿਆਰ, ਫਿਰ ਇਹਨਾਂ ਦਾ ਜਿਹੜਾ ਉਹ ਵਾਹਿਗੁਰੂ ਗੁਰਮੰਤਰ ਹੈ ਉਹਦਾ ਇੱਥੇ ਜਾਪ ਸੰਗਤਾਂ ਕਰ ਰਹੀਆਂ ਹੁੰਦੀਆਂ ਹਨ ਜੀ। ਚਾਰ ਵਰਨ ਜਹ ਬੰਧਨ ਧਾਰ, ਚਾਰ ਵਰਨਾਂ ਦਿਪਤੈ ਦੁਤਵਾਰ। ਚਾਰ ਹੀ ਵਰਨਾਂ ਦੇ ਜਿਹੜੇ ਲੋਕ ਨੇ ਇੱਥੇ ਆਣ ਕੇ ਨਮਸਕਾਰਾਂ ਕਰਦੇ ਨੇ, ਤੇ ਪਿਆਰ ਜਿੱਥੇ ਸੁੰਦਰ ਰੰਗ ਸੁਭਾਈਮਾਨ ਹੋ ਕੇ ਚਮਕ ਰਹੇ ਹਨ ਜੀ। ਚਾਰ ਵਰਨ ਜਹ ਬੰਧਨ ਧਾਰ, ਚਾਰ ਵਰਨਾਂ ਦਿਪਤੈ ਦੁਤਵਾਰ। ਚਾਰ ਚੱਕ ਮੈਂ ਬਿਦਤ ਉਧਾਰ, ਚਾਰ ਮੋਖ ਠਾਂਡੀ ਦਰਬਾਰ। ਤੇ ਚਾਰ ਹੀ ਚੱਕ ਨੇ, ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਬਾਬੇ ਤਾਰੇ ਚਾਰ ਚੱਕ, ਨੌਖੰਡ ਪ੍ਰਿਥਵੀ ਸੱਚਾ ਢੋਵਾ। ਚਾਰੇ ਚੱਕਾਂ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਕਿਰਪਾ ਨਾਲ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਹੋਈ, ਤੇ ਇਹਨਾਂ ਦੀ ਮਹਿਮਾ ਦੂਰ ਦੂਰ ਚਾਰੇ ਚੱਕਾਂ ਦੇ ਵਿੱਚ ਹੁਣ ਪ੍ਰਗਟ ਹੋ ਗਈ ਹੈ। ਚਾਰ ਮੁਖ ਠਾਂਡੀ ਦਰਬਾਰ, ਤੇ ਜਿਹੜੀਆਂ ਚਾਰ ਮੁਕਤੀਆਂ ਮੰਨੀਆਂ ਨੇ ਰਿਸ਼ੀਆਂ ਮੁਨੀਆਂ ਨੇ, ਸਾਲੋਕ ਸਰੂਪ ਸਮੀਪ ਸਾਯੁਸ਼, ਇਹ ਚਾਰੇ ਮੁਕਤੀਆਂ ਹਰ ਵੇਲੇ ਪਿਆਰਿਓ ਦਰਬਾਰ ਸਾਹਿਬ ਸਤਿਗੁਰ ਦੇ ਸਨਮੁਖ ਹੱਥ ਜੋੜ ਖੜੀਆਂ ਰਹਿੰਦੀਆਂ ਹਨ ਜੀ। ਦਰਸ਼ਨੀ ਜੋ ਆਸ਼ਰਮ ਚਾਰ, ਚਾਰ ਵੇਦ ਜਹ ਸਾਰ ਉਚਾਰ। ਤੇ ਪਿਆਰਿਓ ਚਾਰੀ ਆਸ਼ਰਮ ਮੰਨੇ ਗਏ ਨੇ, ਬ੍ਰਹਮਚਰਜ, ਗ੍ਰਸਥ, ਬਾਨਪ੍ਰਸਥ ਅਤੇ ਸੰਨਿਆਸ। ਇਹ ਚਾਰ ਆਸ਼ਰਮ ਨੇ, ਤੇ ਪਿਆਰਿਓ ਜਿੱਥੇ ਚਾਰੇ ਵੇਦਾਂ ਤੱਤ ਦਾ ਉਚਾਰਨ ਹੁੰਦਾ। ਚਾਰ ਵੇਦ ਨੇ, ਪਰ ਉਹ ਜਿਹੜੇ ਚਾਰ ਵੇਦ ਨੇ ਉਹਨਾਂ ਦਾ ਤੱਤ ਕੀ ਹੈ? ਤੱਤ ਤੋਂ ਮੁਰਾਦ ਹੈ ਕਿ ਪ੍ਰਮਾਤਮਾ ਦਾ ਨਾਮ। ਜੋ ਸਾਹਿਬ ਨੇ ਬਾਣੀ ਚ ਕਿਰਪਾ ਕੀਤੀ ਕਿ ਵੇਦਾਂ ਮੈਂ ਨਾਮ ਉਤਮ, ਸੋ ਸੁਣਿਆ ਨਹੀਂ ਫੇਰੈ ਜਿਉ ਬਿਤਾਲਿਆ। ਭਾਵ ਉਹ ਜਿਹੜਾ ਪ੍ਰਮਾਤਮਾ ਦਾ ਨਾਮ ਹੈ, ਜਿਹਦਾ ਮਹਿਮਾ ਵੇਦਾਂ ਵਿੱਚ ਵੀ ਗਾਈ ਹੈ ਪਿਆਰਿਓ, ਉਹ ਨਾਮ ਇੱਥੇ ਹਰ ਵੇਲੇ ਚਾਰੇ ਪੈਰ ਜਪਿਆ ਜਾਂਦਾ ਹੈ ਜੀ। ਚਾਰ ਦਿਸ਼ਾ ਮਹਿ ਚਾਰੋ ਦਵਾਰ, ਸ਼ਰਵਣਾ ਦਿਕ ਸਾਧਨ ਜਹ ਟਾਰ। ਚਾਰੇ ਦਿਸ਼ਾਵਾਂ ਦੇ ਵੱਲ ਚਾਰ ਹੀ ਦਰਵਾਜ਼ੇ ਨੇ ਪਿਆਰਿਓ, ਜਿੱਥੇ ਨਾਮ ਸੁਣਦੇ, ਕੀਰਤਨ ਸੁਣਦੇ, ਗੁਰੂ ਜਾ ਸੁਣਦੇ ਪਿਆਰਿਓ ਆਦ ਸਾਧਨ ਹਨ ਜੀ। ਸ੍ਰੀ ਅਰਜਨ ਠਾਂਡੇ ਵਿੱਚ ਹੋਏ, ਕੀਨ ਆਨੰਦ ਬਿਲੰਦੇ ਜੋਏ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਵਿਚਕਾਰ ਸਥਿਤ ਹੋ ਗਏ ਨੇ, ਤੇ ਮੇਰੇ ਸਾਹਿਬ ਜੀ ਨੇ ਬੜਾ ਆਨੰਦ ਪ੍ਰਾਪਤ ਕਰਿਆ ਹੈ ਜੀ। ਸ੍ਰੀ ਕਰਤਾਰ ਸਿਫਤ ਕੋ ਕਰੈ, ਸਰ ਕੋ ਬੀਚ ਮਹਾਤਮ ਧਰੈ। ਉਸ ਕਰਤਾਰ ਵਾਹਿਗੁਰੂ ਜੀ ਦੀ ਮੇਰੇ ਦਾਤਾ ਜੀ ਸਿਫਤੋ ਸਲਾਹ ਕਰਦੇ ਨੇ। ਸਰੋਵਰ ਦੇ ਵਿਚਕਾਰ ਜੋ ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਕੀਤੀ ਏ, ਜਿਹੜੀਆਂ ਸਿੱਖ ਸੰਗਤਾਂ ਆਉਂਦੀਆਂ ਮਹਾਰਾਜ ਉਹਨਾਂ ਨੂੰ ਇਹਦੀ ਵਡਿਆਈ ਮਹਿਮਾ ਸਰਵਣ ਕਰਾਉਂਦੇ ਹਨ ਜੀ। ਹਰਿਮੰਦਰ ਕੀ ਮਹਿਮਾ ਗਾਵੈ, ਸੁੰਦਰ ਸ਼ਬਦ ਬਿਲੋਕ ਬਣਾਵੈ। ਸਤਿਗੁਰੂ ਮਹਾਰਾਜ ਹਰਿਮੰਦਰ ਸਾਹਿਬ ਜੀ ਦੀ ਮਹਿਮਾ ਗਾਉਂਦੇ ਨੇ, ਅਤੇ ਵੇਖ ਕੇ ਪਿਆਰੇ ਸੋਹਣੇ ਸੋਹਣੇ ਸ਼ਬਦ ਮੇਰੇ ਸਤਿਗੁਰੂ ਜੀ ਉਚਾਰਨ ਕਰਦੇ ਹਨ ਜੀ। ਸੁਣ ਸੁਣ ਸੰਗਤ ਸ਼ਰਧਾ ਧਰੈ, ਸਰ ਮੱਜਨ ਹੈ ਅਬ ਬੰਧਨ ਰਰੈ। ਸਤਿਗੁਰੂ ਮਹਾਰਾਜ ਜੀ ਦੇ ਮੁਖਾਰ ਬਿਨ ਤੋਂ ਇਸ ਤਾਲ ਦੀ ਮਹਿਮਾ ਸੁਣ ਕੇ, ਸ੍ਰੀ ਦਰਬਾਰ ਸਾਹਿਬ ਦੀ ਮਹਿਮਾ ਸੁਣ ਕੇ, ਗੁਰੂ ਕੀ ਬਾਣੀ ਦੀ ਮਹਿਮਾ ਸੁਣ ਕੇ ਸੰਗਤਾਂ ਦੇ ਅੰਦਰ ਸ਼ਰਧਾ ਬਹੁਤ ਪੈਦਾ ਹੁੰਦੀ ਏ।
ਫਿਰ ਜਿਹੜਾ ਵੀ ਆਉਂਦਾ ਸਰ ਮੱਝਾਂ ਇੱਥੇ ਆਣ ਕੇ ਸਰੋਵਰ ਦੇ ਵਿੱਚ ਇਸ਼ਨਾਨ ਕਰਦਾ, ਅਬ ਬੰਧਨ ਕਰੈ। ਫਿਰ ਪਿਆਰਿਓ ਸਤਿਗੁਰ ਦੇ ਚਰਨਾਂ ਵਿੱਚ ਬੰਦਨਾ ਕਰਦਾ, ਫਿਰ ਇੱਥੇ ਬੈਠ ਕੇ ਉਹ ਗੁਰੂ ਗੁਰੂ ਜਪਦਾ, ਬਾਣੀ ਦਾ ਪਾਠ ਕਰਦਾ ਹੈ ਜੀ। ਸਰ ਕਰਬੇ ਮਹਿ ਘਾਲੀ ਘਾਲ, ਹਰ ਮੰਦਰ ਕੀ ਸੇਵ ਵਿਸਾਲ। ਜਿਸ ਵੇਲੇ ਸ੍ਰੀ ਦਰਬਾਰ ਸਾਹਿਬ ਜੀ ਦੀ ਸਾਰੀ ਉਸਾਰੀ ਹੋ ਗਈ, ਤਿਆਰੀ ਹੋ ਗਈ, ਸੰਪੂਰਨ ਹੋ ਗਿਆ, ਸੇਵਾ ਸਾਰੀ ਨਿਭ ਗਈ, ਤੇ ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਨੇ ਸਰ ਕਰਬੇ ਮਹਿ ਘਾਲੀ ਘਾਲ, ਜਿਨ੍ਹਾਂ ਨੇ ਸਰੋਵਰ ਬਣਾਉਣ ਦੇ ਵਿੱਚ ਬਹੁਤ ਬਹੁਤ ਵੱਡੀ ਘਾਲਣਾ ਘਾਲੀ, ਜਿਨ੍ਹਾਂ ਨੇ ਬਹੁਤ ਬਹੁਤ ਸੇਵਾ ਕੀਤੀ, ਜਿਨ੍ਹਾਂ ਨੇ ਆਪਣੇ ਕਈ ਸਾਲ ਆਪਣਾ ਜਿਹੜਾ ਸੀ ਨਾ ਜੀਵਨ ਸੇਵਾ ਦੇ ਵਿੱਚ ਲਗਾ ਦਿੱਤਾ, ਆਪਣੇ ਘਰ-ਬਾਰ ਦੀ ਪਰਿਵਾਰ ਦੀ ਪਰਵਾਹ ਨਾ ਕੀਤੀ, ਜਿਹੜੇ ਤਨ ਮਨ ਤਨ ਸਭ ਕੁਝ ਸੌਂਪ ਕੋ ਤੇ ਇੱਥੇ ਸੇਵਾ ਦੇ ਵਿੱਚ ਲੱਗੇ ਹੋਏ ਸਨ ਜੀ। ਕਿਰਪਾ ਦ੍ਰਿਸ਼ਟ ਤਿੰਨ ਪਰ ਪੁਨ ਕਰਕੇ, ਨਿਕਟ ਆਵਾਹਨ ਕਰੇ ਸਿਮਰ ਕੇ। ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਫਿਰ ਉਹਨਾਂ ਤੇ ਕਿਰਪਾ ਦ੍ਰਿਸ਼ਟੀ ਕੀਤੀ ਜੀ। ਮੇਰੇ ਸਾਹਿਬ ਜੀ ਨੇ ਫਿਰ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਜੀ। ਨਿਕਟ ਆਵਾਹਨ ਕਰੇ ਸਿਮਰ ਕੇ, ਸਤਿਗੁਰੂ ਜੀ ਨੇ ਯਾਦ ਕਰਕੇ ਸੁਨੇਹੇ ਭੇਜ ਕੇ, ਜਿਨ੍ਹਾਂ ਨੇ ਬਹੁਤ ਸੇਵਾ ਕੀਤੀ ਹੈ, ਚਲੋ ਕੋਈ ਤੇ ਆਏ, ਮੇਰੇ ਵਰਗੇ ਇੱਕ ਦਿਨ ਆਏ ਸੇਵਾ ਕੀਤੀ ਚਲੇ ਗਏ, ਕੋਈ 2 ਦਿਨ ਆਇਆ ਸੇਵਾ ਕਰਕੇ ਚਲਿਆ ਗਿਆ, ਪਰ ਪਿਆਰਿਓ ਕਈ ਇਹੋ ਜਿਹੇ ਵੀ ਗੁਰੂ ਕੇ ਸਿੱਖ ਸਨ ਕਿ ਜਿਹੜੇ ਇੱਕ ਵਾਰੀ ਸੇਵਾ ਕਰਨ ਵਾਸਤੇ ਆਏ ਤੇ ਜਿਤਨੀ ਦੇਰ ਤੱਕ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਮੁਕੰਮਲ ਨਹੀਂ ਹੋਈ, ਉਨੀ ਦੇਰ ਤੱਕ ਆਪਣੇ ਘਰੀ ਪਰਤੇ ਹੀ ਨਹੀਂ ਜੀ। ਇਹੋ ਜਿਹੇ ਜਿਹੜੇ ਬਹੁਤ ਘਾਲਣ ਵਾਲੇ ਸਨ, ਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਆਪਣੇ ਪਾਸ ਬੁਲਾਇਆ ਹੈ ਜੀ। ਬਖਸ਼ਿਸ਼ਾ ਬਖਸ਼ਣ ਕਰਨ ਨਿਹਾਲ, ਲਿਏ ਬੁਲਾਏ ਸਿੱਖ ਤਤਕਾਲ। ਸਤਿਗੁਰੂ ਜੀ ਨੇ ਤੁਰੰਤ ਉਹਨਾਂ ਸਿੱਖਾਂ ਨੂੰ ਪਾਸ ਬੁਲਾਇਆ, ਉਹਨਾਂ ਤੇ ਰਹਿਮਤਾਂ ਕਰਨ ਦੇ ਲਈ, ਉਹਨਾਂ ਨੂੰ ਬਖਸ਼ ਦੇਣ ਦੇ ਲਈ, ਜੋ ਜੋ ਉਹਨਾਂ ਨੇ ਸੇਵਾ ਨਿਭਾਈ ਹੈ ਉਹਨਾਂ ਨੂੰ ਮਾਣ ਵਡਿਆਈ ਦੇਣ ਵਾਸਤੇ ਜੀ। ਭਗਤੂ ਆਦਿਕ ਜੇ ਨਿਸ਼ਕਾਮ, 8 ਜਾਮ ਸਿਮਰਤ ਜੇ ਨਾਮ। ਪਿਆਰਿਓ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਤੇ ਆਵਾਜ਼ ਮਾਰੀ ਭਾਈ ਭਗਤੂ ਨੂੰ। ਭਗਤੂ ਜੀ ਨੇ ਆਵਾਜ਼ ਮਾਰੀ, ਮਹਾਰਾਜ ਕਹਿੰਦੇ ਭਗਤੂ ਜੀ ਤੁਸੀਂ ਬਹੁਤ ਸੇਵਾ ਕੀਤੀ ਹੈ, ਨਿਸ਼ਕਾਮ ਸੇਵਾ ਕੀਤੀ ਹੈ, ਬਿਨਾਂ ਕਾਮਨਾ ਦੇ ਸੇਵਾ ਕੀਤੀ ਹੈ, ਕੱਲੀ ਸੇਵਾ ਹੀ ਨਹੀਂ, 8 ਜਾਮ ਸਿਮਰਤ ਜੇ ਨਾਮ, ਤੇ ਜਿਹੜੇ 8 ਪੈਰ ਸੇਵਾ ਦੇ ਨਾਲ ਨਾਲ ਪਰਮੇਸ਼ਵਰ ਦਾ ਸਿਮਰਨ ਵੀ ਕਰਦੇ ਰਹੇ ਹਨ ਜੀ। ਬਰੰਗ ਬਰਹੂ ਸਭ ਹਿਨ ਸੋ ਕਹਿਓ, ਲਿਹੋ ਗੁਰ ਘਰ ਤੇ ਜੋ ਉਰ ਰਹਿਓ। ਸਾਰਿਆਂ ਨੂੰ ਮਹਾਰਾਜ ਜੀ ਨੇ ਬੁਲਾਇਆ ਤੇ ਸਤਿਗੁਰ ਕਹਿੰਦੇ ਭਾਈ ਹੁਣ ਜੋ ਜੋ ਤੁਹਾਡੇ ਮਨ ਦੀ ਮੁਰਾਦ ਹੈ ਉਹ ਦੱਸੋ, ਜੋ ਜੋ ਤੁਹਾਡੀ ਮੰਗ ਹੈ, ਜੋ ਜੋ ਤੁਹਾਡੀ ਭਾਵਨਾ ਹੈ, ਜੋ ਜੋ ਤੁਸੀਂ ਚਾਹੁੰਦੇ ਹੋ, ਸਤਿਗੁਰ ਕਹਿੰਦੇ ਤੁਹਾਨੂੰ ਸਭ ਕੁਝ ਮਿਲੇਗਾ। ਤੁਹਾਡੀਆਂ ਭਾਵਨਾਵਾਂ ਨੂੰ ਪਾਗ ਲੱਗਣਗੇ, ਤੁਹਾਡੇ ਮਨੋਰਥ ਪੂਰੇ ਹੋਵਣਗੇ ਜੀ। ਸਾਵਧਾਨ ਹੋਏ ਸੇਵ ਕਮਾਈ, ਤਿਸ ਕੀ ਅਬਲੀ ਜਿਹੇ ਵਡਿਆਈ। ਇਨੀ ਸਾਵਧਾਨਤਾ ਦੇ ਨਾਲ, ਇਨੀ ਭਾਵਨਾ ਦੇ ਨਾਲ, ਇਨੀ ਪ੍ਰੇਮ ਦੇ ਨਾਲ ਤੁਸਾਂ ਨੇ ਸੇਵਾ ਕੀਤੀ ਏ। ਮਹਾਰਾਜ ਕਹਿੰਦੇ ਗੁਰੂ ਰਾਮਦਾਸ ਤੁਹਾਡੇ ਤੇ ਤੁਰਠੇ ਨੇ, ਤਿਸ ਕੀ ਅਬਲੀ ਜਿਹੇ ਵਡਿਆਈ। ਕਹਿੰਦੇ ਜੋ ਤੁਸਾਂ ਨੇ ਕਮਾਈ ਕੀਤੀ ਘਰ ਨਾ ਘਰ ਲਈ ਹੈ, ਬਸ ਹੁਣ ਉਹਦੀ ਵਡਿਆਈ ਵੀ ਪ੍ਰਾਪਤ ਕਰ ਲਵੋ ਜੀ। ਸਭਨ ਹਾਥ ਜੋਰ ਕਰ ਭਾਖਾ, ਗੁਰ ਜੀ ਰਹੀ ਨਹੀਂ ਅਬਿਲਾਖਾ। ਸਾਰਿਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਬਸ ਸੇਵਾ ਕਰਦਿਆਂ ਕਰਦਿਆਂ, ਤੁਹਾਡੀ ਸੰਗਤ ਕਰਦਿਆਂ, ਦੀਦਾਰ ਕਰਦਿਆਂ, ਆਪ ਜੀ ਦੇ ਬਚਨ ਸੁਣਦਿਆਂ ਗੁਰੂ ਨਾਨਕ ਦੀ ਐਸੀ ਕਿਰਪਾ ਹੋ ਗਈ ਹੈ ਕਿ ਮਨ ਦੀਆਂ ਅਭਿਲਾਸ਼ੇ ਮੁੱਕ ਗਈਆਂ ਨੇ। ਜਦੋਂ ਆਏ ਸਾਂ ਪਹਿਲੇ ਦਿਨ ਕਈ ਫੜੀ ਸੀ, ਟੋਕੜੀ ਫੜੀ ਸੀ ਤੇ ਸੋਚਿਆ ਸੀ ਕਿ ਸੇਵਾ ਕਰਾਂਗੇ ਤੇ ਸੇਵਾ ਕਰਕੇ ਆ ਮਿਲੇਗਾ, ਉਹ ਮਿਲੇਗਾ, ਆ ਮੰਗਾਂਗੇ, ਉਹ ਮੰਗਾਂਗੇ। ਮਹਾਰਾਜ ਤੁਹਾਡੀ ਕਿਰਪਾ ਹੋ ਗਈ, ਹੁਣ ਸਾਰੀਆਂ ਮੰਗਾਂ ਹੀ ਮੁੱਕ ਗਈਆਂ ਨੇ, ਹੁਣ ਕੋਈ ਇੱਛਾ ਰਹਿ ਹੀ ਨਹੀਂ ਗਈ। ਸਤਿਗੁਰੂ ਜੀ ਹੁਣ ਕੋਈ ਸਵਾਰਥ ਨਹੀਂ ਰਹਿ ਗਿਆ, ਕੋਈ ਮਨੋਰਥ ਹੈ ਹੀ ਨਹੀਂ ਹੈ ਜੀ। ਚਰਨ ਤੁਮਾਰੇ ਔਰ ਮਹਿ ਬਾਸੈ, ਸਤ ਚਿਤ ਆਨੰਦ ਚਿਤ ਪ੍ਰਕਾਸ਼ੈ। ਮਹਾਰਾਜ ਹੁਣ ਹੋਰ ਕੁਛ ਨਹੀਂ ਚਾਹੀਦਾ, ਬਸ ਇਨੀ ਕੋ ਕਿਰਪਾ ਕਰੋ,
ਤੁਹਾਡੇ ਚਰਨ ਸਦਾ ਲਈ ਸਾਡੇ ਹਿਰਦੇ ਵਿੱਚ ਵਸਦੇ ਰਹਿਣ। ਬਸ ਇਹੋ ਇੱਛਾ ਹੈ, ਇਹੀ ਭਾਵਨਾ ਹੈ, ਹੋਰ ਕੋਈ ਸਾਡੀ ਮੰਗ ਨਹੀਂ ਹੈ। ਚਰਨ ਤੁਮਾਰੇ ਉਰ ਮੈਂ ਬਾਸੈਂ, ਤੁਹਾਡੇ ਚਰਨ ਹਿਰਦੇ ਵਿੱਚ ਵਸਦੇ ਰਹਿਣ ਤੇ ਸਤ ਚਿਤ ਆਨੰਦ ਉਹ ਵਾਹਿਗੁਰੂ ਉਹਦੇ ਨਾਮ ਦਾ ਸਾਡੇ ਅੰਦਰ ਪ੍ਰਕਾਸ਼ ਹੁੰਦਾ ਰਹੇ ਜੀ। ਇਸ ਤੇ ਉੱਤਮ ਅਪਰ ਨਾ ਕੋਈ, ਰਾਵਰ ਤੇ ਹਮ ਜਾਚੇ ਸੋਈ। ਦਾਤਾ ਜੀਓ ਇਹਦੇ ਤੋਂ ਉੱਪਰ ਹੋਰ ਕੋਈ ਮੰਗ ਹੀ ਨਹੀਂ, ਇਹਦੇ ਤੋਂ ਉੱਪਰ ਹੋਰ ਕੋਈ ਕੀਮਤੀ ਵਸਤੂ ਹੀ ਨਹੀਂ। ਬਸ ਇਹਨਾਂ ਦੀ ਭਾਵਨਾ ਇਹ ਬਣ ਚੁੱਕੀ ਹੈ ਕਿ ਰਾਜ ਨਾ ਚਾਹੋਂ ਮੁਕਤ ਨਾ ਚਾਹੋਂ, ਮਨ ਪ੍ਰੀਤ ਚਰਨ ਕੁਮਲਾਰੇ। ਮਾਲਕ ਰਾਜ ਭਾਗ ਵੀ ਨਹੀਂ ਚਾਹੀਦਾ, ਮੁਕਤੀ ਵੀ ਨਹੀਂ ਚਾਹੀਦੀ, ਬਸ ਤੇਰੇ ਚਰਨਾਂ ਦੀ ਪ੍ਰੀਤ ਚਾਹੀਦੀ ਹੈ। ਤੇਰੇ ਚਰਨਾਂ ਦੀ ਪ੍ਰੀਤ ਵਿੱਚ ਹੀ ਇਹਨਾਂ ਆਨੰਦ ਹੈ, ਅਸਾਂ ਮੁਕਤੀ ਕੀ ਕਰਨੀ ਹੈ। ਹੁਣ ਉਹਨਾਂ ਦੇ ਅੰਦਰ ਦੀ ਅਵਸਥਾ ਐਸੀ ਬਣ ਚੁੱਕੀ ਹੈ ਜੀ। ਅਤ ਪ੍ਰਸੰਨ ਸੁਣ ਕੈ ਗੁਰ ਭਏ, ਸਭਨ ਕੋ ਉੱਚੇ ਪਦ ਦਏ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਜਦੋਂ ਇਹਨਾਂ ਦੇ ਬਚਨ ਸੁਣੇ, ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ ਤੇ ਮੇਰੇ ਸਾਹਿਬ ਜੀ ਨੇ ਸਾਰਿਆਂ ਨੂੰ ਪਰ ਬਹੁਤ ਅੰਦਰ ਦੀਆਂ ਉੱਚੀਆਂ ਆਤਮਿਕ ਅਵਸਥਾਵਾਂ, ਉੱਚੀਆਂ ਜਿਹੜੀਆਂ ਪਦਵੀਆਂ ਨੇ ਉਹ ਮੇਰੇ ਸਾਹਿਬ ਜੀ ਨੇ ਬਖਸ਼ੀਆਂ ਹਨ ਜੀ। ਜੀਵਨ ਮੁਕਤ ਅਵਸਥਾ ਕਈ, ਸਾਹਿਬ ਬੁੱਢਾ ਸੰਗਤ ਲਈ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਪਿਆਰੇ ਗੁਰੂ ਹਰਗੋਬਿੰਦ ਮਹਾਰਾਜ ਤੱਕ ਸੇਵਾ ਨਿਭਾਈ, ਤੇ ਗੁਰੂ ਅਰਜੁਨ ਦੇਵ ਸਾਹਿਬ ਨੇ ਜੀ ਕਿਰਪਾ ਇਹ ਕੀਤੀ, ਜੀਵਨ ਮੁਕਤ ਅਵਸਥਾ ਕਈ। ਕਹਿੰਦੇ ਨੇ ਜੀਵਨ ਮੁਕਤ ਦੀ ਪਦਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਦਿੱਤੀ ਹੈ ਕਿ ਤੁਸੀਂ ਜੀਵਨ ਮੁਕਤ ਹੋ, ਇਹ ਕਿਰਪਾ ਕਰੀ ਹੈ ਜੀ। ਉਹ ਤੋਂ ਪ੍ਰਥਮ ਕੀ ਸਭ ਹੀ ਲਾਇਕ, ਤਉ ਵਡਾਈ ਅਦਕ ਸੁਭਾਇਕ। ਲੇਕਿਨ ਚਾਹੇ ਉਹ ਪਹਿਲਾਂ ਵੀ ਇਹਨਾਂ ਵਡਿਆਈਆਂ ਜਿਹੜਾ ਇਹ ਮਾਣ ਹੈ ਇਹਦੇ ਉਹ ਪਾਤਰ ਸਨ, ਯੋਗ ਸਨ, ਕਿਉਂਕਿ ਉਹਨਾਂ ਨੇ ਪਹਿਲਾਂ ਵੀ ਸੇਵਾ ਬਹੁਤ ਕੀਤੀ ਹੈ, ਪਰ ਫਿਰ ਵੀ ਗੁਰੂ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਵੱਡੀ ਜਿਹੜੀ ਪਦਵੀ ਉਹ ਬਖਸ਼ੀ ਹੈ ਜੀ। ਹੁਨ ਭਾਈ ਭਗਤੂ ਕੋ ਦੀਨਾ, ਜੀਵਨ ਮੁਕਤ ਅਵਸਥਾ ਲੀਨਾ। ਫਿਰ ਜਿਹੜਾ ਭਾਈ ਭਗਤੂ ਹੈ ਉਹਨੂੰ ਮਹਾਰਾਜ ਨੇ ਕਿਰਪਾ ਕੀਤੀ, ਸਾਹਿਬ ਜੀ ਨੇ ਉਹਨੂੰ ਵੀ ਜੀਵਨ ਮੁਕਤ ਦੀ ਜਿਹੜੀ ਬਖਸ਼ ਉਹ ਕਰ ਦਿੱਤੀ, ਮੇਰੇ ਸਾਹਿਬ ਨੇ ਰਹਿਮਤ ਕਰੀ ਹੈ ਜੀ। ਰਹਿ ਬਰਾੜ ਦੇਸ਼ ਕੋ ਜੰਗਲ, ਤਿੰਨ ਕੁਲ ਕੋ ਦੈਬੇ ਹਿਤ ਮੰਗਲ। ਤੇ ਜਿਹੜੇ ਪਿਆਰਿਓ ਜੰਗਲ ਦੇਸ਼ ਦੇ ਮਾਲਵੇ ਦੇਸ਼ ਤੋਂ ਜੋ ਬਰਾੜ ਸਨ, ਬਰਾੜ ਕੁਲ ਵਾਲੇ ਜਿਹੜੇ ਸਨ, ਮੇਰੇ ਸਾਹਿਬ ਨੇ ਉਹਨਾਂ ਤੇ ਕਿਰਪਾ ਕੀਤੀ। ਕਹਿਣ ਲੱਗੇ ਤੇਰੇ ਪੁੱਤ ਪੋਤਰੇ ਮਹਾਰਾਜ ਕਹਿੰਦੇ ਜੋ ਨੇ ਉਹ ਖੁਸ਼ੀਆਂ ਮਾਣਨਗੇ, ਉਹਨਾਂ ਨੂੰ ਕੋਈ ਕਮੀ ਘਾਟ ਨਾ ਰਹੇਗੀ ਜੀ। ਸੰਗਤ ਦਈ ਹੁਤੀ ਜੋ ਅਸ਼ੇਸ਼, ਨਿਤ ਪ੍ਰਤ ਮਾਨਹਿ ਜੋ ਸਭ ਦੇਸ਼। ਕਿਉਂਕਿ ਭਾਈ ਭਗਤੂ ਨੂੰ ਤੇ ਪਹਿਲਾਂ ਵੀ ਸਤਿਗੁਰੂ ਦੀ ਰਹਿਮਤਾਂ ਪ੍ਰਾਪਤ ਸਨ, ਉਹਨਾਂ ਨੂੰ ਸੰਗਤ ਪਹਿਲਾਂ ਵੀ ਮਿਲੀ ਹੋਈ ਸੀ ਜੋ ਭਗਤੂ ਜੀ ਦਾ ਬਹੁਤ ਮਾਨ ਸਨਮਾਨ ਕਰਦੀ, ਬਹੁਤ ਉਹਨਾਂ ਨੂੰ ਮੰਨਦਾ ਸੀ ਜੀ। ਪੁੱਤਰ ਪੌਤਰ ਕੀ ਮਨਤਾ ਤੈਸੇ, ਕਰਤ ਰਹੇ ਸ੍ਰੀ ਗੁਰ ਕਹਿ ਜੈਸੇ। ਤੇ ਪਿਆਰਿਓ ਇਸੇ ਤਰ੍ਹਾਂ ਜਿਵੇਂ ਭਾਈ ਭਗਤੂ ਦੀ ਮਨਤਾ ਹੋਈ, ਇਸੇ ਤਰ੍ਹਾਂ ਗਾ ਉਹਦੇ ਪੁੱਤਰ ਤੇ ਪੋਤਰੇ ਉਹਨਾਂ ਨੂੰ ਵੀ ਸੰਗਤ ਵਿੱਚ ਬਹੁਤ ਮਾਨ ਸਨਮਾਨ ਮਿਲਿਆ, ਕਿਉਂਕਿ ਜੋ ਗੁਰੂ ਮਹਾਰਾਜ ਜੀ ਨੇ ਕਿਹਾ ਉਹ ਉਸੇ ਤਰ੍ਹਾਂ ਕਰਦੇ ਰਹੇ ਨੇ, ਗੁਰੂ ਕੀ ਆਗਿਆ 'ਚ ਤੁਰਦੇ ਰਹੇ ਨੇ, ਤੇ ਗਾ ਉਹਨਾਂ ਨੂੰ ਵੀ ਬੜਾ ਮਾਨ ਸਨਮਾਨ ਵਡਿਆਈ ਪ੍ਰਾਪਤ ਕਰੀ ਹੈ ਜੀ। ਹੁਣ ਭਾਈ ਬਹਿਲੋ ਸੰਗ ਕਹਿਓ, ਪੁਰਹੋ ਕਾਮਨਾ ਜਿਮ ਚਿਤ ਚਾਹਿਓ। ਤੇ ਫਿਰ ਪਿਆਰਿਓ ਭਾਈ ਬਹਿਲੋ ਦੀ ਵਾਰੀ ਆਈ। ਗੁਰੂ ਮਹਾਰਾਜ ਜੀ ਕਹਿੰਦੇ ਨੇ ਭਾਈ ਬਹਿਲੋ ਦੱਸ ਤੂੰ ਵੀ ਸੇਵਾ ਬੜੀ ਕੀਤੀ ਏ, ਤੇਰੀ ਸੇਵਾ ਬੜੀ ਮਹਾਨ ਏ। ਤੇ ਗੁਰੂ ਮਹਾਰਾਜ ਜੀ ਨੇ ਪਹਿਲਾਂ ਇਹਨਾਂ ਨੂੰ ਇਹ ਵਾਰ ਵੀ ਦਿੱਤਾ ਸੀ, ਕਿਰਪਾ ਕੀਤੀ ਕਿ ਭਾਈ ਬਹਿਲੋ ਤੂੰ ਸਭ ਤੋਂ ਪਹਿਲੋਂ, ਕਿਉਂਕਿ ਸਮੇਂ ਸਮੇਂ ਹਰੇਕ ਗੁਰੂ ਸਾਹਿਬ ਪਿਆਰ ਉਹ ਮਾਣ ਦਿੰਦੇ ਰਹੇ, ਵਡਿਆਈ ਦਿੰਦੇ ਰਹੇ। ਧੰਨ ਗੁਰੂ ਨਾਨਕ ਮਹਾਰਾਜ ਉਹਨਾਂ ਦੀ ਸੰਗਤ ਕੀਤੀ ਜਿਸ ਵੇਲੇ ਮਰਦਾਨਾ ਜੀ ਨੇ, ਤੇ ਸਾਹਿਬ ਨੇ ਮਰਦਾਨਾ ਜੀ ਨੂੰ ਭਾਈ ਮਰਦਾਨੇ ਦਾ ਖਿਤਾਬ ਦਿੱਤਾ ਜੀ, ਭਾਈ ਮਰਦਾਨਾ, ਭਾਈ ਕਹਿ ਕੇ ਉਹਨਾਂ ਨੂੰ ਨਵਾਜਿਆ। ਇਸੇ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਉਹਨਾਂ ਨੇ ਭਾਈ ਬੱਲੂ ਜੀ ਨੂੰ ਬੜਾ ਸਨਮਾਨ ਦਿੱਤਾ। ਧੰਨ ਗੁਰੂ ਅਮਰਦਾਸ ਮਹਾਰਾਜ ਉਹਨਾਂ ਨੇ ਵੀ ਇਸੇ ਤਰ੍ਹਾਂ ਜਿਹੜੇ ਸਿੱਖ ਸੇਵਾ ਕਰਦੇ ਉਹਨਾਂ ਤੇ ਕਿਰਪਾ ਕਰਦੇ ਰਹੇ, ਰਹਿਮਤਾਂ ਕਰਦੇ ਰਹੇ।
ਗੁਰੂ ਅਰਜੁਨ ਦੇਵ ਮਹਾਰਾਜ ਦੇ ਸਮੇਂ ਹੁਣ ਭਾਈ ਬਹਿਲੋ ਜੀ ਆਏ ਨੇ ਤੇ ਕਹਿੰਦੇ ਨੇ ਭਾਈ ਬਹਿਲੋ ਤੂੰ ਸਭ ਤੋਂ ਪਹਿਲੋਂ ਪੁਰੋਂ ਕਾਮਨਾ ਜਿਮ ਚਿਤ ਚਾਹਿਓ। ਸਤਿਗੁਰ ਕਹਿੰਦੇ ਦੱਸ ਵੀ ਤੇਰੀ ਕੀ ਮੁਰਾਦ ਹੈ। ਭਾਈ ਬਹਿਲੋ ਜੋ ਚਾਹੁੰਦੇ ਉਹ ਤੈਨੂੰ ਮਿਲ ਜਾਏਗਾ, ਪ੍ਰਾਪਤ ਹੋ ਜਾਵੇਗਾ ਜੀ। ਭਇਓ ਗਿਆਨ ਤਤ ਛਿਨ ਉਰ ਮਾਹੀ ਬ੍ਰਹਮ ਬਿਨਾ ਕਛ ਲਖੀਅਤ ਨਾਹੀ। ਪਿਆਰਿਓ ਇਹ ਕਹਿੰਦਾ ਮਹਾਰਾਜ ਤੁਹਾਡੀ ਕਿਰਪਾ ਹੋ ਗਈ, ਮੈਨੂੰ ਹੁਣ ਕੁਛ ਨਹੀਂ ਚਾਹੀਦਾ। ਪਿਆਰਿਓ ਸਤਿਗੁਰੂ ਜੀ ਨੇ ਨਦਰੇ ਅਨਾਇਤ ਪਾਈ, ਇਹਨੂੰ ਬ੍ਰਹਮ ਗਿਆਨ ਹੋਇਆ। ਬ੍ਰਹਮ ਬਿਨਾ ਕੁਛ ਲਖੀਅਤ ਨਾਹੀ, ਉਸ ਵਾਹਿਗੁਰੂ ਤੋਂ ਬਿਨਾ ਬ੍ਰਹਮ ਤੋਂ ਬਿਨਾ ਇਹਨੂੰ ਹੁਣ ਕੋਈ ਦਿਖਾਈ ਨਹੀਂ ਪੈਂਦਾ, ਨਜ਼ਰ ਹੀ ਨਹੀਂ ਆਉਂਦਾ। ਇਹਦੇ ਤੇ ਇਹ ਕਿਰਪਾ ਮੇਰੇ ਸਤਿਗੁਰ ਨੇ ਕੀਤੀ। ਭਾਈ ਬਹਿਲੋ ਕਹਿੰਦੇ ਨੇ ਕਿ ਜਹ ਜਹ ਪੇਖੋਂ ਤਹ ਹਜ਼ੂਰ ਦੂਰ ਕਤਹੁ ਨਾ ਜਾਈ ਰਬ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ। ਕਹਿੰਦੇ ਮਾਲਕਾ ਬਸ ਸਾਰੇ ਪਾਸੇ ਤੁਹਾਡੀ ਕਿਰਪਾ ਨਾਲ ਉਹੀ ਦਿਖਾਈ ਪੈਂਦਾ, ਬਸ ਉਹੀ ਪ੍ਰਤੀਤ ਹੁੰਦਾ ਰੇ, ਅਸਾਂ ਨੂੰ ਹੋਰ ਕੁਝ ਨਹੀਂ ਚਾਹੀਦਾ। ਇਸ ਤਰ੍ਹਾਂ ਗੁਰੂ ਅਰਜੁਨ ਦੇਵ ਮਹਾਰਾਜ ਇਹਨਾਂ ਸਿੱਖਾਂ ਨੂੰ ਨਿਵਾਜਦੇ ਨੇ। ਫਿਰ ਕਿਵੇਂ ਸਤਿਗੁਰੂ ਜੀ ਅਗਾਂਹ ਹੋਰ ਰਹਿਮਤਾਂ ਵੰਡਦੇ ਨੇ। ਆਉਣ ਵਾਲੇ ਦੀਵਾਨਾ ਅੰਦਰ ਆਪ ਜੀ ਨੇ ਸਰਵਣ ਕਰਨਾ ਜੀ, ਇੰਨੀ ਸੇਵਾ ਪ੍ਰਵਾਨ ਕਰਨੀ। ਆਖਰੀ ਸਤਰਾਂ ਦਾ ਪਾਠ ਸਰਵਣ ਕਰਕੇ ਸਮਾਪਤੀ ਕਰੀਏ ਜੀ। ਭਇਓ ਗਿਆਨ ਤਤ ਛਿਨ ਉਰ ਮਾਹੀ ਬ੍ਰਹਮ ਬਿਨਾ ਕੁਛ ਲਖੀਅਤ ਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।